जय भीम जय भारत। जुग पुरुष विश्व रतन बाबा साहब डॉक्टर भीमराव अंबेडकर जी के 126वें जन्मदिन दिवस की समूह साध संगत नूं पूरे विश्व नूं लख लख बधाई जी। इस प्रोग्राम की कवरेज कांची टीवी वालों की जा रही है। इन्हां दा बहुत बहुत धन्नवादी हाँ। की दसां भैनों दे पढ़ावो बाबा साहब जी दा एहसान ना भुलावो। सुनो मेरी बेनती भैनों दे पढ़ावो बाबा साहब जी दा एहसान ना भुलावो। जागो सारे जागो जागो सारे जागो आपस उत्ते गड़ी गल्लो। बाबा साहब वाली सारे सोते उत्ते चलो। बाबा साहब वाली सारे सोते उत्ते चलो। बाबा साहब वाली सोते उत्ते चलो। साडी खातर जो दीबियां दी लोड़ पड़े सी साडे उत्ते जिन्हां एहसान कीते बड़े सी। साडी खातर जो दीबियां दी लोड़ पड़े सी साडी खातर जो दीबियां दी लोड़ पड़े सी। साडे उत्ते जिन्हां एहसान कीते बड़े सी। हथ जोड़ बेनती है गल साडी मनो। बाबा साहब वाली सारे सोते उत्ते चलो। बाबा साहब वाली सारे सोते उत्ते चलो। बाबा साहब वाली सारे सोते उत्ते चलो। काम कोई भी करो कन इधर रखियो जरा मेरी बेनती है, क्योंकि गाना मेरा मकसद नहीं है। इन रैबरां दी सोच ते पैरा देना मेरा मकसद है। जरा गौर करियो। असी की सी तीले तिनके सी जी दा हड़ आया हड़ दे रे। वो मनुवाद दे डंगे लुक दे रे ते खुदा खोड़ा दे विच बड़ दे रे। साडा मौसम रुसिया रुसिया सी साडा मौसम रुसिया रुसिया सी। साडे हाल सदा पत चढ़ दे रे। हो साडी जीवन कटण लई छुरियां सी साडी जीवन कटण लई छुरियां सी ते कन्नां लई सिक्के घड़दे रे। हो बाबा साहब रातां नूं जाग जाग के वो बाबा साहब रातां नूं जाग जाग के साडियां तकदीरां करदे रे। वो गुरु रविदास देवा जोहन रासी वो गुरु रविदास देवा जोहन रासी ते भावें किन्नी सूरज चढ़दे रे। वो कहंदे रब ने तां जग विच पैदा इंसान कीते। सोचो जरा जातां नूं बनाउण वाला कौन है। मुंह मूरे कुझे साडे पिठ पिछे बन्ने छापे। सोचो जरा पैरां नूं मिटाउण वाला कौन है। रागर संभूख ऋषि कर दा तपस्या सी। सोचो जरा कत्ल कराउण वाला कौन है। ये दीवियां च तेल बड़े साडी बर्बादी वाला। सोचो जरा जश्न मनाउण वाला कौन है। वो आखदा रंधावे वाला रतू साडी कौम ताई। आखदा रंधावे वाला रतू साडी कौम ताई। सोचो जरा बेड़ी बन्ने लाउण वाला कौन है। मिटाउण वाला कौन है बनाउण वाला कौन है। सोचो जरा बेड़ी बन्ने लाउण वाला कौन है।
ਸੋ ਜਿਹੜੇ ਗੱਲੀ ਬਾਤੀ ਬੇਗਮਪੁਰਾ ਵਸਾਉਂਦੇ ਉਹਨਾਂ ਨੂੰ ਬੇਨਤੀ ਹੈ ਕੀ ਕਰਨਾ ਕੌਮ ਦੇ ਲੋਕੋ ਹੋਸ਼ ਕਰੋ ਉੱਠੋ ਜਾਗੋ ਸੁਤਿਓ ਕੌਮ ਦੇ ਲੋਕੋ ਹੋਸ਼ ਕਰੋ ਉੱਠੋ ਜਾਗੋ ਸੁਤਿਓ ਕੌਮ ਦੇ ਲੋਕੋ ਹੋਸ਼ ਕਰੋ ਉੱਠੋ ਜਾਗੋ ਸੁਤਿਓ ਕੌਮ ਦੇ ਲੋਕੋ ਹੋਸ਼ ਕਰੋ ਗੁਰੂ ਰਵਿਦਾਸ ਤੇ ਬਾਬਾ ਸਾਹਿਬ ਦਾ ਸਭ ਨੂੰ ਕਹਿਣਾ ਗੁਰੂ ਰਵਿਦਾਸ ਤੇ ਬਾਬਾ ਸਾਹਿਬ ਦਾ ਸਭ ਨੂੰ ਕਹਿਣਾ ਗੁਰੂ ਰਵਿਦਾਸ ਤੇ ਬਾਬਾ ਸਾਹਿਬ ਦਾ ਸਭ ਨੂੰ ਕਹਿਣਾ ਗੁਰੂ ਰਵਿਦਾਸ ਤੇ ਬਾਬਾ ਸਾਹਿਬ ਦਾ ਸਭ ਨੂੰ ਕਹਿਣਾ ਦੋਵੇਂ ਰਹਿਬਰ ਸਾਨੂੰ ਇੱਕੋ ਸਿੱਖਿਆ ਦਿੰਦੇ ਨੇ ਤੁਸੀਂ ਸੁਣ ਲਓ ਦੋਵੇਂ ਰਹਿਬਰ ਸਾਨੂੰ ਇੱਕੋ ਸਿੱਖਿਆ ਦਿੰਦੇ ਨੇ ਤੁਸੀਂ ਸੁਣ ਲਓ ਗੁਰੂ ਰਵਿਦਾਸ ਹੈ ਸੋਨਾ ਭੀਮ ਸੋਨੇ ਦਾ ਜੀਓ ਨਾਲ ਅਣਖ ਦੇ ਠੋਕਰ ਮਾਰ ਗੁਲਾਮੀ ਨੂੰ ਜੀਓ ਨਾਲੇ ਰੱਖਦੇ ਠੋਕਰ ਮਾਰ ਗੁਲਾਮੀ ਨੂੰ ਅੱਜ ਤੋਂ ਬਾਅਦ ਕਿਸੇ ਨੇ ਜ਼ਬਰ ਜ਼ੁਲਮ ਹੁਣ ਸਹਿਣਾ ਅੱਜ ਤੋਂ ਬਾਅਦ ਕਿਸੇ ਨੇ ਜ਼ਬਰ ਜ਼ੁਲਮ ਹੁਣ ਸਹਿਣਾ ਅੱਜ ਤੋਂ ਬਾਅਦ ਕਿਸੇ ਨੇ ਜ਼ਬਰ ਜ਼ੁਲਮ ਹੁਣ ਸਹਿਣਾ ਅੱਜ ਤੋਂ ਬਾਅਦ ਕਿਸੇ ਨੇ ਜ਼ਬਰ ਜ਼ੁਲਮ ਹੁਣ ਸਹਿਣਾ ਕਾਇਮ ਸਦਾ ਹੀ ਰੱਖਣਾ ਭਾਈਚਾਰਾ ਪਿਆਰ ਬਣਾ ਕੇ ਲੋਕੋ ਕਾਇਮ ਸਦਾ ਹੀ ਰੱਖਣਾ ਭਾਈਚਾਰਾ ਪਿਆਰ ਬਣਾ ਕੇ ਲੋਕੋ ਰਾਹ ਸੰਘਰਸ਼ਾਂ ਦੇ ਪੜ ਲਿਖ ਕੇ ਸਭ ਨੇ ਸਹਿਣਾ ਇੱਕ ਦੂਜੇ ਨਾਲ ਆਪਸ ਦੇ ਵਿੱਚ ਛੱਡ ਦਿਓ ਰਹਿਣਾ ਇੱਕ ਦੂਜੇ ਨਾਲ ਆਪਸ ਦੇ ਵਿੱਚ ਛੱਡ ਦਿਓ ਸਿੱਖ ਲੋ ਸੱਥ ਬੇਗਾਨੇ ਦੁਸ਼ਮਣ ਦੇ ਨਾਲ ਖਹਿਣਾ ਸਿੱਖ ਲੋ ਸੱਤ ਬੇਗਾਨੇ ਦੁਸ਼ਮਣ ਦੇ ਨਾਲ ਖਹਿਣਾ ਕਰ ਲੋ ਇੱਕ ਮਧੂ ਮਖੀਰੇ ਵਾਂਗੂ ਰਲ ਮਿਲ ਕੇ ਤੁਸੀਂ ਲੋਕੋ ਕਰ ਲੋ ਇੱਕ ਮਧੂ ਮਖੀਰੇ ਵਾਂਗੂ ਰਲ ਮਿਲ ਕੇ ਤੁਸੀਂ ਲੋਕੋ ਜਿਹੜਾ ਹੰਕਾਰ ਦਾ ਇੱਕ ਦਿਨ ਏਕੇ ਦੇ ਨਾਲ ਕਹਿਣਾ ਗੁਰੂ ਗ੍ਰੰਥ ਸਾਹਿਬ ਵੀਡੀਓ ਰਾਤੀ ਮੈਂ ਲੁਧਿਆਣੇ ਸ਼ਹਿਰ ਵਿੱਚ ਬਾਬਾ ਸਾਹਿਬ ਦੀ ਗੱਲ ਕਰ ਰਿਹਾ ਸੀ ਮੈਂ ਬਾਬਾ ਸਾਹਿਬ ਦੀ ਟੀ-ਸ਼ਰਟ ਪਾਈ ਸੀ ਮੈਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਟੀ-ਸ਼ਰਟ ਬਹੁਤ ਸੋਹਣੀ ਪਾਈ ਆ ਐ ਮੇਰੇ ਸਮਾਜ ਦੇ ਲੋਕੋ ਇਹ ਫਾਰਮੈਲਿਟੀਆਂ ਪੂਰੀਆਂ ਤੁਸੀਂ ਸ਼ਰਟ ਲਾ ਕੇ ਸੀਨਾ ਪਾੜ ਕੇ ਦੇਖ ਲਓ ਅੰਦਰ ਵੀ ਬਾਬਾ ਸਾਹਿਬ ਬੈਠੇ ਆ ਕਿਉਂਕਿ 12 ਸਾਲ ਹੋ ਗਏ ਨੇ ਦੋਨਾਂ ਰੈਵਰਾਂ ਦੇ ਮਿਸ਼ਨ ਦੀ ਗੱਲ ਕਰਦੇ ਨੂੰ ਤੁਸੀਂ ਗੁਲਾਮੀ ਕਰਨੀ ਛੱਡ ਦਿਓ ਨਵਾਬੀ ਕਰਨੀ ਸਿੱਖ ਲਓ ਕਿੱਦਾਂ ਸਿੱਖਣੀ ਜ਼ਰਾ ਗੌਰ ਕਰੋ ਉੱਚਾ ਨਾਮ ਕੌਮ ਦੇ ਸੱਚੇ ਰਹਿਬਰਾਂ ਦਾ ਕਰਨਾ ਉੱਚਾ ਨਾਮ ਕੌਮ ਦੇ ਸੱਚੇ ਰਹਿਬਰ ਦਾ ਸਤਲੁਜ ਬਿਆਸ ਦੇ ਵਾਂਗੂ ਨਾਲ ਮਲਕਦੇ ਰਹਿਣਾ ਸਤਲੁਜ ਬਿਆਸ ਦੇ ਵਾਂਗੂ ਨਾਲ ਮੜਕਦੇ ਰਹਿਣਾ ਸਤਲੁਜ ਬਿਆਸ ਦੇ ਵਾਂਗੂ ਨਾਲ ਮਲਕਦੇ ਰਹਿਣਾ ਸਤਲੁਜ ਬਿਆਸ ਦੇ ਵਾਂਗੂ ਨਾਲ ਮੜਕਦੇ ਰਹਿਣਾ ਗੁਰੂ ਰਵਿਦਾਸ ਭੀਮ ਦੇ ਵਾਰਿਸ ਕਿਸੇ ਨੇ ਕਹਿਣਾ ਨਹੀਂ ਤੁਸੀਂ ਸੁਣ ਲਓ ਗੁਰੂ ਰਵਿਦਾਸ ਭੀਮ ਦੇ ਵਾਰਿਸ ਕਿਸੇ ਨੇ ਕਹਿਣਾ ਏ ਤੁਸੀਂ ਸੁਣ ਲਓ ਜੇਕਰ ਸਿੱਖਿਆ ਨਾਲ ਅਸੀਂ ਨਾਲ ਜ਼ੁਲਮ ਦੇ ਕਹਿਣਾ ਗੁਰੂ ਪਿਆਰੀ ਸਾਧ ਸੰਗਤ ਜੀ ਬੇਗਮਪੁਰਾ ਮੇਰਾ ਸਮਾਜ ਕਹਿੰਦਾ ਹੈ ਕਿ ਰਾਵਣ ਦਾ ਭਰਾ ਕੁੰਭਕਰਨ 6 ਮਹੀਨੇ ਸੌਂਦਾ ਸੀ 6 ਮਹੀਨੇ ਜਾਗਦਾ ਸੀ ਕਦੇ ਅਸੀਂ ਆਪਣੇ ਵੱਲ ਝਾਤੀ ਮਾਰ ਕੇ ਦੇਖੀਏ ਅਸੀਂ 11.5 ਮਹੀਨੇ ਸੌਂਦੇ ਆ 15 ਦਿਨ ਢੋਲਕਿਆ ਛਣ ਚੱਕ ਕੇ ਬੇਗਮਪੁਰਾ ਵਸਾ ਕੇ ਛੱਡਾਂਗੇ ਬੇਗਮਪੁਰਾ ਵਸਾਉਣਾ ਐ ਮੇਰੇ ਸਮਾਜ ਦੇ ਲੋਕੋ 15 ਦਿਨ ਡੀਜੇ ਤੇ ਭੰਗੜਾ ਪਾ ਕੇ ਕਦੇ ਬੇਗਮਪੁਰਾ ਨਹੀਂ ਵਸਣਾ ਜੇ ਬੇਗਮਪੁਰਾ ਵਸਣਾ ਤਾਂ ਸਾਨੂੰ ਸਤਿਗੁਰੂ ਦਾਸ ਮਧੂਦਾਰ ਨੂੰ ਪੜ੍ਹਨਾ ਪੈਣਾ ਸਾਨੂੰ ਬਾਬਾ ਸਾਹਿਬ ਨੂੰ ਪੜ੍ਹਨਾ ਪੈਣਾ ਗੱਲਾਂ ਨਾਲ ਨਹੀਂ ਇਤਿਹਾਸ ਬਣਨੇ ਸਾਨੂੰ ਮੈਦਾਨ ਵਿੱਚ ਉਤਰ ਕੇ ਆਉਣਾ ਪੈਣਾ
ਬਹਾਦਰ ਕੇ ਨੂੰ ਇੱਕ ਦਿਨ ਸਵਾਲ ਕੀਤਾ, ਜਦੋਂ ਮੈਂ ਬਾਬਾ ਸਾਹਿਬ ਦੀ ਪਾਰਟੀ ਦੀ ਗੱਲ ਕਰਦਾ ਸੀ, ਮੈਨੂੰ ਕਿਸੇ ਨੇ ਸਵਾਲ ਕੀਤਾ, ਕਹਿੰਦੇ ਵਿੱਕੀ ਜੀ ਗਾਇਕੀ ਤੋਂ ਬਿਨਾਂ ਕੋਈ ਹੋਰ ਕੰਮ ਵੀ ਕਰਦੇ ਹੋ? ਮੈਂ ਕਿਹਾ ਨਹੀਂ ਕਰਦੇ। ਕਹਿੰਦੇ ਇੱਕ ਗੱਲ ਯਾਦ ਰੱਖਿਓ, ਜੇ ਦੁਨੀਆ ਦੇ ਵਿੱਚ ਰਹਿਣਾ ਤੇ ਕੰਮਕਾਜ ਜ਼ਰੂਰੀ। ਮੈਨੂੰ ਕਹਿੰਦੇ ਜੇ ਦੁਨੀਆ ਦੇ ਵਿੱਚ ਰਹਿਣਾ ਤੇ ਕੰਮਕਾਜ ਜ਼ਰੂਰੀ। ਮੈਂ ਉਸ ਲਾਈਨ ਨੂੰ ਲਿਖ ਕੇ ਘਰੇ ਆ ਗਿਆ ਕਿ ਠੀਕ ਹੈ, ਜੇ ਦੁਨੀਆ ਦੇ ਵਿੱਚ ਰਹਿਣਾ ਤੇ ਕੰਮਕਾਜ ਜ਼ਰੂਰੀ ਹੈ। ਆਪਣੇ ਦਿਮਾਗ ਨਾਲ ਅਗਲੀ ਲਾਈਨ ਮੈਂ ਦਿੱਤੀ ਉਹਨੂੰ, ਮੈਂ ਕਿਹਾ ਜੇ ਤੁਸੀਂ ਕਹਿੰਦੇ ਹੋ ਦੁਨੀਆ ਦੇ ਵਿੱਚ ਰਹਿਣਾ ਤੇ ਕੰਮਕਾਜ ਜ਼ਰੂਰੀ ਹੈ, ਹੁਣ ਤੁਸੀਂ ਵੀ ਸੁਣ ਲਓ, ਜੇ ਬੇਗਮਪੁਰਾ ਵਸਾਉਣਾ ਤਾਂ ਪਹਿਲਾਂ ਰਾਜ ਜ਼ਰੂਰੀ ਹੈ, ਪਹਿਲਾਂ ਰਾਜ ਜ਼ਰੂਰੀ ਹੈ। ਕਰਨਾ ਉੱਚਾ ਨਾਮਾ ਕੌਮ ਦੇ ਸੱਚੇ ਰਹਿਬਰਾਂ ਦਾ, ਕਰਨਾ ਉੱਚਾ ਨਾਮਾ ਕੌਮ ਦੇ ਸੱਚੇ ਰਹਿਬਰਾਂ ਦਾ, ਸਤਲੁਜ ਵਿਆਸ ਦੇ ਵਾਂਗੂ ਨਾਲ ਮੜਕਦੇ ਬਹਿਣਾ, ਸਤਲੁਜ ਵਿਆਸ ਦੇ ਵਾਂਗੂ ਨਾਲ ਮੜਕਦੇ ਬਹਿਣਾ। ਕਰੀਏ ਕੰਮ ਉਹ ਨੂੰ ਦੇਖ ਕੇ ਸਿਫਤਾਂ ਜੱਗ ਕਰੇ, ਕਰੀਏ ਕੰਮ ਉਸੇ ਨੂੰ ਦੇਖ ਕੇ ਸਿਫਤਾਂ ਜੱਗ ਕਰੇ। ਕਰੀਏ ਕੰਮ ਨਾ ਐਸਾ ਜਿਸਦਾ ਨਾ ਕੋਈ ਮੈਨਾ, ਉਹ ਕਰੀਏ ਕੰਮ ਨਾ ਐਸਾ ਜਿਸਦਾ ਨਾ ਕੋਈ ਮੈਨਾ। ਕਰ ਲੋ ਹਿੰਮਤ ਹੌਸਲਾ ਆ ਕੇ ਤੂਰ ਲਾਵੇ ਅਦਾ, ਕਰ ਲੋ ਹਿੰਮਤ ਹੌਸਲਾ ਆ ਕੇ ਤੂਰ ਲਾਵੇ ਅਦਾ। ਖੁਸ਼ੀਆਂ ਰਾਜ ਭਾਗ ਜੇ ਆਪਣਾ ਵਾਪਸ ਲੈਣਾ। ਪੈਰਾਂ ਥੱਲੇ ਮਿੱਟੀ ਜਾ ਮਨੁੱਖ ਤਾਂ ਸੀ ਰੋਈ, ਸੁਣਦਾ ਨਹੀਂ ਸੀ ਫਰਿਆਦ ਸਾਡੀ ਕੋਈ। ਕੀਤਾ ਜ਼ੁਲਮਾਂ ਦਾ ਆਣ ਕੇ ਸਫਾਇਆ, ਗੜੀ ਵਿੱਚ ਪਿਪਰਾਂ ਦੇ ਭੀਮ ਬਣ ਕੇ ਮਸੀਹਾ ਸਾਡਾ ਆਇਆ। ਗੜੀ ਵਿੱਚ ਪਿਪਰਾਂ ਦੇ ਭੀਮ ਬਣ ਕੇ ਮਸੀਹਾ ਸਾਡਾ ਆਇਆ। ਗੜੀ ਵਿੱਚ ਪਿਪਰਾਂ ਦੇ। ਮਿੱਟੀ ਜਾ ਮਨੁੱਖ ਤਾਂ ਸੀ ਰੋਈ, ਸੁਣਦਾ ਨਹੀਂ ਸੀ ਫਰਿਆਦ ਸਾਡੀ ਕੋਈ। ਕੀਤਾ ਜ਼ੁਲਮਾਂ ਦਾ ਆਣ ਕੇ ਸਫਾਇਆ, ਗੜੀ ਵਿੱਚ ਪਿਪਰਾਂ ਦੇ ਭੀਮ ਬਣ ਕੇ ਮਸੀਹਾ ਸਾਡਾ ਆਇਆ। ਗੜੀ ਵਿੱਚ ਪਿਪਰਾਂ ਦੇ ਭੀਮ ਬਣ ਕੇ ਮਸੀਹਾ ਸਾਡਾ ਆਇਆ। ਗੜੀ ਵਿੱਚ ਪਿਪਰਾਂ ਦੇ। ਸੀ ਹੱਕ ਤਾਂ ਗਦਾਰ ਆਖਿਆ, ਰਾਵਣਾ ਨੂੰ ਸ਼ੂਦਰ ਚਮਾਰ ਆਖਿਆ। ਉਹ ਮੰਗਦੇ ਸੀ ਹੱਕ ਤਾਂ ਗਦਾਰ ਆਖਿਆ, ਰਾਵਣਾ ਨੂੰ ਸ਼ੂਦਰ ਚਮਾਰ ਆਖਿਆ। ਸਾਨੂੰ ਆਰੀਆਂ ਨੇ ਸ਼ੂਦਰ ਬਣਾਇਆ, ਗਲੀ ਵਿੱਚ ਪਿਪਰਾਂ ਦੇ ਭੀਮ ਬਣ ਕੇ ਮਸੀਹਾ ਸਾਡਾ ਆਇਆ। ਗਲੀ ਵਿੱਚ ਪਿਪਰਾਂ ਦੇ ਭੀਮ ਬਣ ਕੇ ਮਸੀਹਾ ਸਾਡਾ ਆਇਆ। ਗਲੀ ਵਿੱਚ ਪਿਪਰਾਂ ਦੇ। ਜੰਜੀਰਾਂ ਸੀ ਗੁਲਾਮੀ ਵਾਲੀਆਂ, ਰਾਤਾਂ ਰੁਸ਼ਨਾਈਆਂ ਪਾਪਾਂ ਦੀਆਂ ਕਾਲੀਆਂ। ਤੋੜੀਆਂ ਜੰਜੀਰਾਂ ਸੀ ਗੁਲਾਮੀ ਵਾਲੀਆਂ, ਰਾਤਾਂ ਰੁਸ਼ਨਾਈਆਂ ਪਾਪਾਂ ਦੀਆਂ ਕਾਲੀਆਂ। ਚੰਨ ਤਲ ਤਲੇ ਨਾ ਮਾਹੀ ਚੜਾਇਆ, ਗੜੀ ਵਿੱਚ ਪਿਪਰਾਂ ਦੇ ਭੀਮ ਬਣ ਕੇ ਮਸੀਹਾ ਸਾਡਾ ਆਇਆ। ਗੜੀ ਵਿੱਚ ਪਿਪਰਾਂ ਦੇ ਭੀਮ ਬਣ ਕੇ ਮਸੀਹਾ ਸਾਡਾ ਆਇਆ। ਗੜੀ ਵਿੱਚ ਪਿਪਰਾਂ ਦੇ।
भीखा के ले लड़के जालमा दी छाती तेरे हाथ चढ़ के मंगी नहीं सी भीखा के ले लड़के जालमा दी छाती तेरे हाथ चढ़ के जेना जालमा ने बट्टे बट्टे पाया गले विच पिपरा दे भीम बन के मसीहा साडा आया गले विच पिपरा दे भीम बन के मसीहा साडा आया गले विच पिपरा दे लखा ही मुसीबत बिछा जाल सी शेर जिहा दिल जिगरा कमाल सी लखा ही मुसीबत बिछा जाल सी शेर जिहा दिल जिगरा कमाल सी बंदर पुरिये में घबराया गल विच पिपरा दे भीम बन के मसीहा साडा आया गल विच पिपरा दे भीम बन के मसीहा साडा आया गल विच पिपरा दे भीम बन के मसीहा साडा आया गल विच पिपरा दे भीम बन के मसीहा साडा आया गल विच पिपरा दे सिख के भारत दे संविधान लिख के कानूनी कलम चलानी सिख के भारत दे संविधान लिख के कानूनी कलम चलानी सिख के भारत दे संविधान लिख के सारी दुनिया दे विच ही सारी दुनिया दे विच ही कराया अपना प्रचार गए हो बन के भीम मसीहा पछड़े वर्गां नूं ही तार गए हो बन के भीम मसीहा पछड़े वर्गां नूं ही तार गए LLB दी डिग्री करके PhD नाल डॉक्टर बन के LLB दी डिग्री करके PhD नाल डॉक्टर बन के पढ़िया लिखिया दी सूची विच पढ़िया लिखिया दी सूची विच छेवां नाम शंगार गए बन के भीम मसीहा पछड़े वर्गां नूं ही तार गए बन के भीम मसीहा पछड़े वर्गां नूं ही तार गए डिग्री करके PhD नाल डॉक्टर बन के LLB दी डिग्री करके PhD नाल डॉक्टर बन के पढ़िया लिखिया दी सूची विच पढ़िया लिखिया दी सूची विच छेवां नाम शंगार गए हो बन के भीम मसीहा पछड़े वर्गां नूं ही तार गए हो बन के भीम मसीहा पछड़े वर्गां नूं ही तार गए बहुत धन्नवादियां
ਕਾਂਚੀ ਟੀਵੀ ਦੇ ਸਾਡੇ ਵਿਚਕਾਰ ਡਾਕਟਰ ਰਜਿੰਦਰ ਕਲੇਰ ਜੀ, ਓਂਕਾਰ ਖਾਟੀ ਜੀ, ਬਲਵਿੰਦਰ ਦੁੱਗ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਇਸ ਚੈਨਲ ਵੱਲੋਂ ਇਸ ਪ੍ਰੋਗਰਾਮ ਦੀ ਲਾਈਵ ਕਵਰੇਜ ਕਰਵਾਈ ਜਾ ਰਹੀ ਹੈ। ਅਸੀਂ ਕਾਂਚੀ ਟੀਵੀ ਦੇ ਬਹੁਤ ਬਹੁਤ ਉਚੇਚੇ ਤੌਰ ਤੇ ਧੰਨਵਾਦੀ। ਸਰਕਾਰੀ ਪ੍ਰਾਇਮਰੀ ਸਕੂਲ ਰੰਧਾਵਾ ਮਸੰਦਾ ਫਸਟ ਪੋਜੀਸ਼ਨ ਹਾਸਲ ਕੀਤੀ ਹੈ। ਐਂਜਲ, ਮੈਂ ਬੇਨਤੀ ਕਰਦਾ ਕਿ ਪਿੰਡ ਦੇ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਆ ਉਹ ਵੀ ਨਾਲ ਹੋ ਕੇ ਸਹਿਯੋਗ ਕਰਾਉਣ। ਹਰਬਲਾਸ ਜੀ, ਸਾਡੇ ਹੌਸਲਾ ਲਮਾਈ ਜੀ। ਅੱਜ ਬਿਨਾਏ ਬੇਗਮ ਸਾਹਿਬ ਦਾ 126ਵਾਂ ਮਨਾ ਰਹੇ ਨੇ। ਦੇਸ਼ ਤੇ ਕੌਮ ਲਈ ਟਾਈਮ ਕੱਢੇ ਨਹੀਂ ਜਾਂਦੇ, ਕਿਉਂਕਿ ਟਾਈਮ ਤਾਂ ਹੁੰਦਾ ਹੀ ਨਹੀਂ ਕਿਸੇ ਕੋ। ਦੇਸ਼ ਤੇ ਕੌਮ ਲਈ ਟਾਈਮ ਹੁੰਦੇ ਨਹੀਂ, ਟਾਈਮ ਕੱਢੇ ਜਾਂਦੇ ਆ। ਕੰਮ ਸਾਰੀ ਉਮਰ ਕਦੇ ਮੁੱਕਦੇ ਨਹੀਂ, ਦੇਸ਼ ਤੇ ਕੌਮ ਲਈ ਛੱਡੇ ਜਾਂਦੇ ਆ। ਉਹ ਕੋਕੜੂ ਦਾਲ ਵਿੱਚ ਕਦੇ ਗਲਦੇ ਨਹੀਂ, ਉਹ ਕੱਢੇ ਜਾਂਦੇ ਆ। ਗੁਲਾਮੀ ਦੇ ਜਾਲ ਕਦੇ ਟੁੱਟਦੇ ਨਹੀਂ, ਉਹ ਵੱਢੇ ਜਾਂਦੇ ਆ। ਕਹੇ ਅਣਜਾਣ ਧੋਗੜੀ ਵਾਲਾ ਝੰਡੇ ਚੁਲਦੇ ਨਹੀਂ, ਪਹਿਲਾਂ ਕੱਢੇ ਜਾਂਦੇ ਆ। ਇਹ ਧਿਆਨ ਆ ਜੀ। ਸਭ ਲਈ ਮਰ ਕੇ ਵੇਖ ਲਿਆ, ਕਿਸੇ ਨੇ ਕੌਡੀ ਮੁੱਲ ਨਹੀਂ ਪਾਇਆ। ਕਿਉਂਕਿ ਸਾਰੇ ਮਲ ਕੇ ਦੇਖ ਲਿਆ। ਕਹਿੰਦੇ ਜੀ ਰਾਮਗੜੀਆ ਸਰ ਸਿੱਖ ਵਾ ਜੀ, ਇਹ ਰਵਿਦਾਸੀਆ ਸਿੱਖ ਹੈ। ਸਾਨੂੰ ਫਿਰ ਯਾਦ ਬਾਅਦ ਚ ਵੰਡੀ ਰੱਖਿਆ ਜੀ ਸਾਰਿਆਂ ਨੇ। ਸਭ ਲਈ ਮਰ ਕੇ ਵੇਖ ਲਿਆ, ਕਿਸੇ ਨੇ ਕੌਡੀ ਮੁੱਲ ਨਹੀਂ ਪਾਇਆ। ਸਭ ਲਈ ਮਰ ਕੇ ਵੇਖ ਲਿਆ, ਕਿਸੇ ਨੇ ਕੌਡੀ ਮੁੱਲ ਨਹੀਂ ਪਾਇਆ। ਹੁਣ ਆਪਣੇ ਹੱਕਾਂ ਲਈ ਵੀਰਿਆ ਵਕਤ ਲੜਨ ਦਾ ਆਇਆ। ਹੁਣ ਆਪਣੇ ਹੱਕਾਂ ਲਈ ਵੀਰਿਆ ਵਕਤ ਲੜਨ ਦਾ ਆਇਆ। ਮਾਂ ਦੇ ਬੱਬਰ ਸ਼ੇਰਾ ਵੇ, ਮਾਂ ਦੇ ਬੱਬਰ ਸ਼ੇਰਾ ਵੇ, ਕਰਦੇ ਪਾਰ ਕੌਮ ਦਾ ਬੇੜਾ। ਉੱਠ ਜਾਗ ਸ਼ੂਦਰਾ ਵੇ, ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ, ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ, ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਡੌਲੀ ਬੰਗੜ ਦੀ ਕਾਂਚੀ ਵਾਲਿਆ ਪਾ ਮੁਰ ਫੇਰਾ। ਅਰਜ ਡੌਲੀ ਬੰਗੜ ਦੀ ਕਾਂਚੀ ਵਾਲਿਆ ਪਾ ਮੁਰ ਫੇਰਾ। ਸਾਡੇ ਤੋਂ ਜ਼ਾਲਮਾਂ ਨੇ ਖੋਲਿਆ ਰਾਮਾਨੰਦ ਵੀ ਤੇਰਾ। ਸਾਡੇ ਤੋਂ ਜ਼ਾਲਮਾਂ ਨੇ ਖੋਲਿਆ ਰਾਮਾਨੰਦ ਵੀ ਤੇਰਾ। ਜੀਨਾ ਖਾਤਰ ਸੀਸ ਦਿੱਤੇ, ਜੀਨਾ ਖਾਤਰ ਸੀਸ ਦਿੱਤੇ, ਉਹੀ ਸੁੰਨਾ ਕਰ ਗਏ ਬੇੜਾ। ਉੱਠ ਜਾਗ ਸ਼ੂਦਰਾ ਵੇ, ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ, ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ, ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ, ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਉੱਠ ਜਾਗ ਸ਼ੂਦਰਾ ਵੇ, ਬੜਾ ਹੀ ਸ਼ਾਤਰ ਦੁਸ਼ਮਣ ਤੇਰਾ। ਜੇ ਸਮਝ ਸਾਥੀਓ, ਅੱਜ ਪਿੰਡ ਰੰਧਾਵਾ ਮਸੰਦਾ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਸਾਰੇ ਸਾਥੀਆਂ ਨੂੰ ਲੱਖ ਲੱਖ ਵਧਾਈ। ਸਾਥੀਓ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਕਿਹਾ ਕਿ ਮੇਰੀ ਜਾਇਜ਼ਾ ਕਰਨ ਦੀ ਬਜਾਏ ਮੇਰੇ ਅਧੂਰੇ ਪਏ ਕੰਮ ਨੂੰ ਆਪਣੀ ਜਾਨ ਦੀ ਬਾਜੀ ਲਗਾ ਦਿਓ। ਤੋ ਬਾਬਾ ਸਾਹਿਬ ਦਾ ਕਿਹੜਾ ਅਧੂਰਾ ਕੰਮ ਸੀ ਜਿਹੜਾ ਆਪਣੇ ਸਮਾਜ ਦੇ ਲੋਕਾਂ ਨੂੰ ਕਹਿ ਰਿਹਾ ਕਿ ਮੇਰੇ ਅਧੂਰੇ ਪਏ ਕੰਮ ਨੂੰ ਪੂਰਾ ਕਰਨ ਲਈ ਆਪਣੀ ਜਾਨ ਦੀ ਬਾਜੀ ਲਗਾ ਦਿਓ। ਬਾਬਾ ਸਾਹਿਬ ਨੇ ਵਿਰੋਧੀਆਂ ਦੇ ਨਾਲ ਲੜ ਝਗੜ ਕੇ ਸੰਘਰਸ਼ ਕਰਕੇ ਸਾਨੂੰ ਹੱਕ ਔਰ ਅਧਿਕਾਰ ਲੈ ਕੇ ਦਿੱਤੇ। ਸੰਵਿਧਾਨ ਦੇ ਵਿੱਚ ਹੱਕ ਔਰ ਅਧਿਕਾਰ ਸੁਰੱਖਿਅਤ ਕੀਤੇ। ਉਹ ਸੰਵਿਧਾਨ ਦੇ ਹੱਕ ਔਰ ਅਧਿਕਾਰ ਸੁਰੱਖਿਅਤ ਕਰਨ ਤੋਂ ਬਾਅਦ ਬਾਬਾ ਸਾਹਿਬ ਕਹਿੰਦੇ ਆ ਵੀ ਮੇਰਾ ਜਿਹੜਾ ਅਧੂਰਾ ਕੰਮ ਪਿਆ ਉਹ ਅਧੂਰਾ ਕੰਮ ਕਰਨ ਲਈ ਆਪਣੀ ਜਾਨ ਦੀ ਬਾਜੀ ਲਗਾ ਦਿਓ। ਤੋ ਇਸ ਤੋਂ ਸਪਸ਼ਟ ਹੈ ਕਿ ਬਾਬਾ ਸਾਹਿਬ ਦਾ ਅਧੂਰਾ ਕੰਮ ਜੋ ਬਾਬਾ ਸਾਹਿਬ ਛੱਡ ਕੇ ਗਏ ਸੀ ਉਹ ਸਾਨੂੰ ਕੋਖਣ ਦੀ ਲੋੜ ਹੈ ਕਿ ਬਾਬਾ ਸਾਹਿਬ ਦਾ ਅਧੂਰਾ ਕੰਮ ਕੀ ਸੀ। ਤੋ ਬਾਬਾ ਸਾਹਿਬ ਨੇ ਜਦੋਂ ਸੰਘਰਸ਼ ਸ਼ੁਰੂ ਕੀਤਾ ਉਦੋਂ ਹੀ ਉਹਨਾਂ ਨੇ ਕਿਹਾ ਸੀ ਵੀ ਆਪਣੇ ਦੀਵਾਰਾਂ 'ਤੇ ਲਿਖ ਲਓ ਵੀ ਅਸੀਂ ਇਸ ਦੇਸ਼ ਦੀ ਸ਼ਾਸਕ ਕਰਤਾ ਜਮਾਤ ਬਣਨਾ ਹੈ।
ਤੋ ਸ਼ਾਸਕ ਕਰਤਾ ਜਮਾਤ ਬਣਨ ਵਾਸਤੇ ਕੀ ਚਾਹੀਦਾ ਹੈ, ਉਹ ਚੀਜ਼ਾਂ ਨੂੰ ਕੋਖਣ ਦੀ ਬਹੁਤ ਲੋੜ ਹੈ। ਹੁਣੇ ਸਾਡੇ ਮਿਸ਼ਨਰੀ ਸਿੰਗਰ ਬੇਗਮਪੁਰਾ ਵਸਾਉਣ ਦੀ ਗੱਲ ਕਰਕੇ ਗਏ ਹਨ, ਰਾਜ ਸੱਤਾ ਦੀ ਗੱਲ ਕਰਕੇ ਗਏ ਹਨ, ਪਰ ਰਾਜ ਸੱਤਾ ਲੈਣ ਵਾਸਤੇ ਕੀ ਕਰਨਾ ਚਾਹੀਦਾ, ਇਹ ਚੀਜ਼ਾਂ ਤੇ ਅਸੀਂ ਵਿਚਾਰ ਨਹੀਂ ਕਰਦੇ। ਦੁਸ਼ਮਣ ਨੇ ਤੈਨੂੰ 6743 ਜਾਤਾਂ ਵਿੱਚ ਵੰਡਿਆ। ਉਹ ਕਿਉਂ ਵੰਡਿਆ? ਕਿਉਂਕਿ ਉਹਨਾਂ ਦਾ ਇੱਕ ਮਕਸਦ ਸੀ, ਕਿਉਂਕਿ ਜਿਹੜਾ ਇੱਕ ਸਮਾਜ ਹੈ ਉਹਨਾਂ ਨੂੰ 6743 ਟੁਕੜਿਆਂ ਦੇ ਵਿੱਚ ਵੰਡ ਕੇ ਇਹਨਾਂ ਦੀ ਜਿਹੜੀ ਸ਼ਕਤੀ ਆ ਉਹਨੂੰ ਵੀ 6743 ਟੁਕੜਿਆਂ ਦੇ ਵਿੱਚ ਵੰਡ ਦਿੱਤੀ ਜਾਵੇ। ਤੋ ਅੱਜ ਅਸੀਂ ਟੁਕੜਿਆਂ ਦੇ ਵਿੱਚ ਵੰਡ ਕੇ ਆਪਣੀ ਜਾਤੀ 'ਤੇ ਗਰਵ ਮਹਿਸੂਸ ਕਰਦੇ ਹਾਂ। ਉਹ ਜਾਤੀ 'ਤੇ ਗਰਵ ਮਹਿਸੂਸ ਕਰਨਾ ਹੀ ਸਭ ਤੋਂ ਵੱਡੀ ਸਾਡੀ ਮੰਨ ਲਓ ਇਸ ਵੇਲੇ ਦੁਰਦਸ਼ਾ ਦਾ ਕਾਰਨ ਹੈ। ਅਗਰ ਦੁਸ਼ਮਣ ਨੇ ਸਾਜ਼ਿਸ਼ ਰਚਿਆ ਤੁਹਾਨੂੰ ਟੁਕੜਿਆਂ ਦੇ ਵਿੱਚ ਵੰਡਿਆ, ਅਗਰ ਤੁਸੀਂ ਇਸ ਦੇਸ਼ ਦੀ ਸੱਤਾ ਲੈਣੀ ਚਾਹੁੰਦੇ ਆ ਤਾਂ ਤੁਹਾਨੂੰ ਇਹ ਜਿਹੜੇ ਟੁਕੜਿਆਂ ਨੂੰ ਇਕੱਠਾ ਕਰਨਾ ਪਊਗਾ। ਕੋਈ ਵੀ ਜਾਤੀ ਇਸ ਦੇਸ਼ ਦੀ ਸੱਤਾ 'ਤੇ ਕਾਬਜ਼ ਨਹੀਂ ਹੋ ਸਕਦੀ। ਇਹ ਸਮਾਜ ਆ, ਸਮਾਜ ਦਾ ਨਿਰਮਾਣ ਕਰਨਾ ਪਊਗਾ। ਤੋ ਬਾਬਾ ਸਾਹਿਬ ਦੇ ਪੂਰੇ ਸੰਘਰਸ਼ ਨੂੰ, ਪੂਰੇ ਲਿਟਰੇਚਰ ਨੂੰ ਪੜ੍ਹ ਕੇ ਦੇਖ ਲਓ। OBC ਕਲਾਸਾਂ, ਮਿਨੋਰਟੀ ਲਈ ਔਰ ਬਾਕੀ ਲੋਕਾਂ ਲਈ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਵਿੱਢਿਆ ਔਰ ਬਾਬਾ ਸਾਹਿਬ ਨੂੰ ਉਹਨਾਂ ਨੇ ਸਪੋਰਟ ਵੀ ਕੀਤਾ। ਅੱਜ ਅਸੀਂ ਅਗਰ ਡਾਕਟਰ ਆ, ਇੰਜੀਨੀਅਰ ਆ, IAS IPS ਆ ਤਾਂ ਉਹਦੇ ਵਿੱਚ ਮੁਸਲਮਾਨ ਲੋਕਾਂ ਦਾ ਬਹੁਤ ਵੱਡਾ ਹੱਥ ਹੈ। ਅਗਰ ਰਾਸ਼ਟਰਪਿਤਾ ਜੋਤੀਰਾਓ ਫੁੱਲੇ ਨੂੰ ਘਰੋਂ ਕੱਢ ਦਿੱਤਾ ਗਿਆ ਸੀ, ਅਗਰ ਉਹ ਮੁਸਲਮਾਨ ਉਹਨਾਂ ਨੂੰ ਸਹਾਰਾ ਨਾ ਦਿੰਦੇ ਤਾਂ ਫਾਤਿਮਾ ਬੇਗਮ ਅਗਰ ਉਹਨਾਂ ਨੂੰ ਸਹਾਰਾ ਨਾ ਦਿੰਦੀ ਤਾਂ ਅੱਜ ਹੋ ਸਕਦਾ ਉਹ ਸੰਘਰਸ਼ ਜੋ ਬੈਠ ਸਕੇ ਉਹ ਸੰਘਰਸ਼ ਨਾ ਬੈਠਦੇ। ਤੋ ਰਾਸ਼ਟਰਪਿਤਾ ਜੋਤੀਰਾਓ ਫੁੱਲੇ ਜਿਹੜੇ ਬਾਬਾ ਸਾਹਿਬ ਦੇ ਗੁਰੂ ਹੈ, ਉਹਨਾਂ ਦੇ ਵਿੱਚ ਮੁਸਲਮਾਨ ਦਾ SC ST OBC ਕਲਾਸ ਨੂੰ ਉੱਪਰ ਚੁੱਕਣ ਦੇ ਵਿੱਚ ਬੜਾ ਹੱਥ ਹੈ। ਤੋ ਪੈਰ ਤੇ ਬਾਬਾ ਸਾਹਿਬ ਦੀ ਸਪੋਰਟ ਕੀਤੀ ਮੁਸਲਮਾਨਾਂ ਨੇ। ਮੁਸਲਮਾਨਾਂ ਸੰਵਿਧਾਨ ਸਭਾ ਦੇ ਵਿੱਚ ਬਾਬਾ ਸਾਹਿਬ ਨੂੰ ਭੇਜਣ ਵਾਲੇ ਮੁਸਲਮਾਨ ਹੈ। ਸੰਵਿਧਾਨ ਸਭਾ ਦੇ ਵਿੱਚ ਅਗਰ ਬਾਬਾ ਸਾਹਿਬ ਗਏ ਤਾਂ ਸੰਵਿਧਾਨ ਲਿਖ ਸਕੇ। ਨਹਿਰੂ, ਗਾਂਧੀ ਔਰ ਕਾਂਗਰਸ ਦੀ ਜੁੰਡਲੀ ਦਾ ਕਹਿੰਦੇ ਸੀ ਬਾਬਾ ਸਾਹਿਬ ਦੇ ਲਈ ਦਰਵਾਜ਼ੇ ਤੱਕ ਹੀ ਖਿੜਕੀਆਂ ਵੀ ਬੰਦ ਕਰ ਦਿੱਤੇ ਸੰਵਿਧਾਨ ਸਭਾ ਲਈ। ਤੋ ਜਿਨ੍ਹਾਂ ਲੋਕਾਂ ਨੇ ਸਾਡੇ ਲਈ ਸੰਵਿਧਾਨ ਸਭਾ ਦੇ ਦਰਵਾਜ਼ੇ ਖੋਲ੍ਹੇ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ। ਮਿਨੋਰਟੀਜ਼ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਆ। 6743 ਜਾਤਾਂ 'ਚ ਵੰਡਿਆ ਹੋਇਆ ਸਮਾਜ ਜਿਹੜਾ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਰਾਜ ਸੱਤਾ ਦੀ ਗੱਲ ਕਰਨੀ ਬਹੁਤ ਜ਼ਰੂਰੀ ਆ, ਪਰ ਰਾਜ ਸੱਤਾ ਕਿੱਦਾਂ ਮਿਲਣੀ ਹੈ ਤੁਹਾਨੂੰ ਉੱਤੇ ਗੌਰ ਕਰਨਾ ਪਊਗਾ। ਕੋਈ ਵੀ ਇੱਕ 3% ਜਾਤੀ ਕਦੀ ਵੀ ਸੱਤਾ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੀ ਸੱਤਾ ਲੈਣ ਦੇ ਵਿੱਚ। ਤੋ ਸਾਥੀਓ, ਅੱਜ ਵਿਚਾਰ ਗੋਸ਼ਟੀ ਹੈ ਔਰ ਵਿਚਾਰ ਗੋਸ਼ਟੀ ਦਾ ਵੀ ਨਾਂ ਰੱਖਿਆ ਗਿਆ। ਇਹ ਚੀਜ਼ਾਂ ਨੂੰ ਵਿਚਾਰ ਕਰਨ ਵਾਲੀ ਗੌਰ ਹੈ। ਇਹ ਗੱਲ ਹੈ ਵੀ ਅਸੀਂ ਅਗਰ ਰਾਜ ਸੱਤਾ ਦੀ ਗੱਲ ਕਰਦੇ ਹਾਂ ਤਾਂ ਰਾਜ ਸੱਤਾ ਪ੍ਰਾਪਤ ਕਿੱਦਾਂ ਕਰਨੀ ਹੈ, ਇਹ 'ਤੇ ਵੀ ਗੌਰ ਕੀਤਾ ਜਾਣਾ ਚਾਹੀਦਾ। ਮਨੋ ਸਮ੍ਰਿਤੀ 1927 ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾੜਦੇ ਆ ਤਾਂ ਉਹਦੇ ਵਿੱਚ ਸੜਨ ਤੋਂ ਬਾਅਦ ਬਾਬਾ ਸਾਹਿਬ ਸਭਾ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਆ ਕਿ ਵਿਚਾਰ ਪਰਿਵਰਤਨ ਹੀ ਹਰ ਪਰਿਵਰਤਨ ਦਾ ਮੂਲ ਹੈ। ਨੰਬਰ 2 ਕਹਿੰਦੇ ਵੀ ਜਿਹੜੀ ਜਾਗ੍ਰਿਤੀ ਦਾ ਦੀਪਕ ਆ ਉਹਨੂੰ ਅਖੰਡ ਜਲਾਈ ਰੱਖੋ। ਉਹ ਜਾਗ੍ਰਿਤੀ ਦਾ ਦੀਪਕ ਅਖੰਡ ਜਲਾਈ ਰੱਖੋ। ਤਾਂ ਅੱਜ ਅਸੀਂ ਦੇਖਦੇ ਹਾਂ ਬਾਬਾ ਸਾਹਿਬ ਔਰ ਬਾਬਾ ਸਾਹਿਬ ਦੇ ਨਾਲ ਸਹਿਯੋਗੀ ਜਿਹੜੇ ਸੀ ਉਹਨਾਂ ਨੇ ਇਸ ਦੇਸ਼ ਦੇ ਵਿੱਚ ਗੁਲਾਮੀ ਦੇ ਵਿੱਚ ਰਹਿ ਕੇ ਇਸ ਦੇਸ਼ ਦੇ ਵਿੱਚ ਸੰਵਿਧਾਨ ਲਿਖ ਕੇ ਦੇ ਦਿੱਤਾ। ਤੁਹਾਨੂੰ ਹੱਕ ਔਰ ਅਧਿਕਾਰ ਲੈ ਕੇ ਦਿੱਤੇ ਔਰ ਉਹ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਕੀ ਅਸੀਂ ਕੁਝ ਸੰਭਾਲ ਸਕੇ? ਅਸੀਂ ਬਿਲਕੁਲ ਕੁਝ ਨਹੀਂ ਸੰਭਾਲ ਸਕੇ। ਤਾਂ ਕਿਉਂ ਨਹੀਂ ਸੰਭਾਲ ਸਕੇ? ਕਿਉਂਕਿ ਅਸੀਂ ਆਪਣੀਆਂ ਖੇਮਿਆਂ ਦੇ ਵਿੱਚ ਵੱਜ ਕੇ ਰਹਿ ਗਏ ਔਰ ਉਹਦੇ ਵਿੱਚ ਬ੍ਰਾਹਮਣਵਾਦੀ ਤਾਕਤਾਂ ਦਾ ਬਹੁਤ ਵੱਡਾ ਰੋਲ ਹੈ ਵੀ ਇਹਨਾਂ ਲੋਕਾਂ ਨੂੰ ਜਾਤ ਦੇ ਵਿੱਚ ਇਹਨਾਂ ਨੂੰ ਪ੍ਰੋਪੇਗੇਟ ਕੀਤਾ ਜਾਵੇ। ਚਮਾਨ ਨੂੰ ਪ੍ਰੋਪੇਗੇਟ ਕੀਤਾ, ਬਾਲਮੀਕੀ ਨੂੰ ਪ੍ਰੋਪੇਗੇਟ ਕੀਤਾ ਜਾਵੇ। ਉਹ ਜਾਤੀ ਦੇ ਵਿੱਚ ਗਰਵ ਮਹਿਸੂਸ ਕੀਤਾ ਉਹਨਾਂ ਲੋਕਾਂ ਨੇ। ਤਾਂ ਜੋ ਤੱਕ ਸਾਥੀਓ ਅਸੀਂ ਉਹ ਜਾਤਾਂ ਦੇ ਵਿੱਚੋਂ ਨਿਕਲਦੇ ਨਹੀਂ, ਉਹ ਇੱਕ ਸਮਾਜ ਦਾ ਨਿਰਮਾਣ ਨਹੀਂ ਕਰਦੇ, ਉਹ ਤੱਕ ਅਸੀਂ ਇਸ ਦੇਸ਼ ਦੀ ਸੱਤਾ 'ਤੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਸੱਤਾ ਸਭ ਨੂੰ ਪਿਆਰੀ ਲੱਗਦੀ ਹੈ। ਪੋਲੀਟੀਕਲ ਪਾਵਰ ਇਜ਼ ਦਾ ਕੀ ਆਫ ਐਵਰੀ ਪ੍ਰੋਬਲਮ, ਬਾਬਾ ਸਾਹਿਬ ਨੇ ਕਿਹਾ। ਪਰ ਬਾਬਾ ਸਾਹਿਬ ਨੇ ਨਾਲ ਕਿਹਾ ਵੀ ਵਿਚਾਰ ਪਰਿਵਰਤਨ ਹਰ ਪਰਿਵਰਤਨ ਦਾ ਮੂਲ ਹੈ। ਵਿਚਾਰ ਅਗਰ ਤੁਹਾਡੇ ਪਰਿਵਰਤਨ ਨਹੀਂ ਹੁੰਦੇ ਤੁਸੀਂ ਕਦੇ ਵੀ ਸਮਾਜ ਦਾ ਨਿਰਮਾਣ ਨਹੀਂ ਕਰ ਸਕਦੇ। ਸਮਾਜ ਨਿਰਮਾਣ ਨਹੀਂ ਹੋ ਸਕਦਾ, ਤੁਸੀਂ ਇਸ ਦੇਸ਼ ਦੀ ਸੱਤਾ 'ਤੇ ਕਾਬਜ਼ ਨਹੀਂ ਹੋ ਸਕਦੇ। ਉਹ ਸਮਾਜ ਨੂੰ ਨਿਰਮਾਣ ਕਰਨਾ ਬਹੁਤ ਜ਼ਰੂਰੀ ਆ। ਤਾਂ ਕਿਸ ਤਰ੍ਹਾਂ ਇਹ ਬਾਬਾ ਸਾਹਿਬ ਨੇ, ਰਾਸ਼ਟਰਪਤੀ ਜੋਤੀਰਾਓ ਨੇ ਇਸ ਦੇਸ਼ ਦੇ ਵਿੱਚ ਜਾਤੀ ਪਾਤੀ ਸਿਸਟਮ ਨੂੰ ਤਹਿਸ ਨਹਿਸ ਕਰਨ ਲਈ ਅੰਦੋਲਨ ਚਲਾਏ
ਔਰ ਅੰਦੋਲਨ ਨੂੰ ਕਿੱਦਾਂ ਦੁਸ਼ਮਣ ਨੇ ਮਤਲਬ ਉਹਨੂੰ ਹਾਈਜੈਕ ਕੀਤਾ, ਕਿੱਦਾਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਇਹ ਇਤਿਹਾਸ ਦੇ ਵਿੱਚ ਬਹੁਤ ਕੁਝ ਦਰਜ ਹੈ, ਤਾਂ ਮੈਂ ਇਤਿਹਾਸ ਵਿੱਚ ਜ਼ਿਆਦਾ ਨਹੀਂ ਜਾਂਦਾ। ਆਰੀਆ ਸਮਾਜ ਮੂਵਮੈਂਟ ਜਿਹੜੀ ਚੱਲੀ ਆ ਉਹ ਐਸੀ ਲੋਕਾਂ ਦੇ ਵਿਰੋਧ ਦੇ ਵਿੱਚ ਗਈ। 1873 ਦੇ ਵਿੱਚ ਸੱਤੇ ਸੋਧਕ ਸਮਾਜ ਦੀ ਸਥਾਪਨਾ ਰਾਸ਼ਟਰਪਿਤਾ ਜੋਤੀਰਾਓ ਫੂਲੇ ਕਰਦੇ ਆ। ਤਾਂ 1875 ਦੇ ਵਿੱਚ ਟਨਕਾਰਾ ਨਾਂ ਤੋਂ ਗੁਜਰਾਤ ਦੇ ਵਿੱਚ ਇੱਕ ਜ਼ਿਲ੍ਹਾ ਹੈ ਰਾਜਕੋਟ, ਉੱਥੇ ਇੱਕ ਪਿੰਡ ਹੈ ਟਨਕਾਰਾ ਪਿੰਡ। ਉੱਥੋਂ ਟਨਕਾਰਾ ਪਿੰਡ ਤੋਂ ਇੱਕ ਬ੍ਰਾਹਮਣ ਉੱਠ ਕੇ ਜਾਂਦਾ ਤਾਂ ਮਹਾਰਾਸ਼ਟਰ ਦੇ ਵਿੱਚ ਉਹ ਆਰੀਆ ਸਮਾਜ ਮੂਵਮੈਂਟ ਦੀ ਸਥਾਪਨਾ ਕਰਦਾ। ਉਹ ਗੁਜਰਾਤ ਤੋਂ ਉੱਠ ਕੇ ਜਾਂਦਾ ਪੁਣੇ ਦੇ ਵਿੱਚ ਜਾ ਕੇ ਮਹਾਰਾਸ਼ਟਰ ਜਾ ਕੇ ਕਿਉਂ ਮਹਾਰਾਜ ਸਥਾਪਨਾ ਕਰਦਾ ਆਰੀਆ ਸਮਾਜ ਦੀ? ਕਿਉਂਕਿ ਰਾਜਾ ਚੌਕ ਪੁਣੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਰਾਸ਼ਟਰਪਿਤਾ ਜੋਤੀਰਾਓ ਫੂਲੇ ਦਾ ਅੰਦੋਲਨ ਚੱਲ ਰਿਹਾ ਸੀ। ਉਸ ਅੰਦੋਲਨ ਨੂੰ ਕਾਊਂਟਰ ਕਰਨ ਲਈ ਆਰੀਆ ਸਮਾਜ ਦੀ ਸਥਾਪਨਾ ਹੋਈ। 1885 ਦੇ ਵਿੱਚ ਕਾਂਗਰਸ ਦੀ ਸਥਾਪਨਾ ਹੁੰਦੀ ਹੈ। ਕਾਂਗਰਸ ਦੀ ਸਥਾਪਨਾ ਜਿਹੜੀ ਹੈ ਭਾਰਤ ਲਈ ਆਜ਼ਾਦੀ ਲਈ ਅੰਦੋਲਨ ਲਈ ਸਥਾਪਨਾ ਨਹੀਂ ਹੁੰਦੀ। ਉਹਦਾ ਵੀ ਇੱਕ ਕਾਰਨ ਆ। 1882 ਦੇ ਵਿੱਚ ਹੰਟਰ ਕਮਿਸ਼ਨ ਦੇ ਅੱਗੇ ਰਾਸ਼ਟਰਪਿਤਾ ਜੋਤੀਰਾਓ ਫੂਲੇ ਪੇਸ਼ ਹੁੰਦੇ ਆ। ਹੰਟਰ ਕਮਿਸ਼ਨ ਦੇ ਅੱਗੇ ਪੇਸ਼ ਹੁੰਦੇ ਆ ਔਰ ਮੰਗ ਪੱਤਰ ਦਿੰਦੇ ਆ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਹਰ ਸਰਕਾਰੀ ਅਦਾਰੇ ਦੇ ਵਿੱਚ ਹਿੱਸੇਦਾਰੀ ਹੋਣੀ ਚਾਹੀਦੀ, ਰਿਜ਼ਰਵੇਸ਼ਨ ਹੋਣੀ ਚਾਹੀਦੀ ਆ, ਤਾਂ ਕਿ ਮੇਰੇ ਸਮਾਜ ਦੇ ਲੋਕ ਉਹਨਾਂ ਲੋਕਾਂ ਦੇ ਵਿੱਚ ਕੋਲ ਜਾਣ ਔਰ ਉਹ ਲੋਕ ਆਪਣੇ ਸਮਾਜ ਦੇ ਲੋਕਾਂ ਦਾ ਕੰਮ ਕਰ ਸਕਣ। ਰਿਪਰਜੈਂਟੇਸ਼ਨ ਮੰਗਦੇ ਆ। ਔਰ ਜਦੋਂ ਬ੍ਰਾਹਮਣ ਜੁੰਡਲੀ ਨੇ ਦੇਖਿਆ ਉਹ ਕਿ ਇਹ ਲੋਕ ਹਿੱਸੇਦਾਰੀ ਦੀ ਗੱਲ ਮੰਗਣ ਲੱਗ ਪਏ, ਹਿੱਸੇਦਾਰੀ ਦੀ ਗੱਲ ਕਰਨ ਲੱਗ ਪਏ, ਤਾਂ 1885 ਦੇ ਵਿੱਚ ਕਾਂਗਰਸ ਦੀ ਸਥਾਪਨਾ ਜਿਹੜੀ ਹੁੰਦੀ ਆ ਉਹ ਵੀ ਆਪਣੀ ਹਿੱਸੇਦਾਰੀ ਦੀ ਗੱਲ ਕਰਦਾ। ਬਾਲ ਗੰਗਾਧਰ ਤਿਲਕ ਜਿਹੜਾ ਕਾਂਗਰਸ ਦੀ ਸਥਾਪਨਾ ਕਰਦਾ ਉਹ ਪ੍ਰਧਾਨ ਹੈ, ਉਹ ਵੀ ਹਿੱਸੇਦਾਰੀ ਦੀ ਗੱਲ ਕਰਦਾ। ਉਹ ਕਹਿੰਦਾ ਸੰਵਿਧਾਨ ਇਜ਼ ਮਾਈ ਬਰਥ ਰਾਈਟ, ਮੇਰਾ ਜਨਮ ਸਿੱਧ ਅਧਿਕਾਰ ਹੈ। ਸਵਰਾਜ ਦੀ ਉਹ ਡੈਫੀਨੇਸ਼ਨ ਦਿੰਦਾ। ਸਭਾਵਾਂ ਭਰੀਆਂ ਸਭਾਵਾਂ ਦੇ ਵਿੱਚ ਸਵਰਾਜ ਦਾ ਡੈਫੀਨੇਸ਼ਨ ਦਿੰਦਾ। ਸੰਵਿਧਾਨ ਸਵਰਾਜ ਕਹਿੰਦਾ ਇਹਦਾ ਅਰਥ ਇਹ ਨਹੀਂ ਹੈ ਵੀ ਅੰਗਰੇਜ਼ ਨੂੰ ਇਸ ਦੇਸ਼ ਦੇ ਵਿੱਚੋਂ ਛੱਡ ਕੇ ਚਲੇ ਜਾਣਾ ਚਾਹੀਦਾ। ਸੰਵਿਧਾਨ ਦਾ ਅਰਥ ਇਹ ਆ ਕਿ ਮਨੋ ਸਮ੍ਰਿਤੀ ਦੇ ਵਿੱਚ ਲਿਖਿਆ ਹੋਇਆ ਵੀ ਰਾਜੇ ਨੂੰ ਅਗਰ ਰਾਜ ਭਾਗ ਚਲਾਉਣਾ ਤਾਂ ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਇਸ ਦੇਸ਼ ਦੇ ਵਿੱਚ ਸ਼ਾਸਨ ਪ੍ਰਸ਼ਾਸਨ ਚਲਾਉਣਾ ਚਾਹੀਦਾ। ਉਹ ਅਸੀਂ ਲੋਕ ਅਧਿਕਾਰ ਵੰਚਿਤ ਸੀ, ਐਜੂਕੇਸ਼ਨ ਲੈਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਸੀ। ਤਾਂ ਪੜ੍ਹੇ ਲਿਖੇ ਲੋਕ ਜਿਹੜੇ ਇਸ ਦੇਸ਼ ਦੇ ਵਿੱਚ ਬ੍ਰਾਹਮਣ ਸੀ, ਪੜ੍ਹਨ ਔਰ ਪੜ੍ਹਾਉਣ ਦਾ ਅਧਿਕਾਰ ਜਿਹੜਾ ਇਸ ਦੇਸ਼ ਦੇ ਬ੍ਰਾਹਮਣ ਦੇ ਕੋਲ ਆ। ਤਾਂ ਬ੍ਰਾਹਮਣ ਜਿਹੜਾ ਬਾਲ ਗੰਗਾਧਰ ਤਿਲਕ ਕਹਿੰਦਾ ਬ੍ਰਾਹਮਣ ਨੂੰ ਨਾਲ ਲੈ ਕੇ ਅੰਗਰੇਜ਼ਾਂ ਨੂੰ ਰਾਜ ਭਾਗ ਚਲਾਉਣਾ ਚਾਹੀਦਾ। ਅਗਰ ਬ੍ਰਾਹਮਣ ਇਹ ਸਮਝੌਤੇ 'ਤੇ ਰਾਜੀ ਹੁੰਦੇ ਆ ਤਾਂ ਅੰਗਰੇਜ਼ਾਂ ਨੂੰ ਇਹ ਦੇਸ਼ ਛੱਡ ਕੇ ਜਾਣ ਦੀ ਲੋੜ ਨਹੀਂ ਆ। ਜਦੋਂ ਆਪਣੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਐਸੀ ਲੋਕਾਂ ਦੇ ਅਧਿਕਾਰ ਦੀ ਮੰਗ ਕਰਦੇ ਆ, ਉਹ ਜਦੋਂ ਸਾਹੂ ਜੀ ਮਹਾਰਾਜ ਭਾਸਕਰ ਰਾਓ ਯਾਦਵ ਦੀ ਮਾਧਿਅਮ ਤੋਂ ਸਾਊਥ ਅਫਰੀਕਾ ਕਮਿਸ਼ਨ ਦੇ ਅਗਰ ਆਪਣੀ ਮੰਗ ਰੱਖਦੇ ਆ ਵੀ ਜਿਹੜੇ ਕਾਨੂੰਨ ਘੜਨੀ ਸਭਾ ਆ, ਵਿਧੀ ਮੰਡਲ ਆ, ਉਹਦੇ ਵਿੱਚ ਸਾਡੇ ਵੀ ਲੋਕ ਹੋਣੇ ਚਾਹੀਦੇ ਆ। ਤਾਂ ਬਾਲ ਗੰਗਾਧਰ ਤਿਲਕ ਜਿਹੜਾ ਆਜ਼ਾਦੀ ਦਾ ਸਭ ਤੋਂ ਵੱਡਾ ਸੂਰਮਾ, ਜਿਹੜਾ ਕਾਂਗਰਸ ਦਾ ਉਸ ਵੇਲੇ ਪ੍ਰਧਾਨ ਆ, वो कहता तेली तमोली और कुन मोटों में क्या संसद में जाकर हल चलाना। एक पासे वो कहता स्वराज मेरा जन्म सिद्ध अधिकार है और दूसरे पासे कहता तेली तमोली और कुन मोटों ने क्या संसद में जाकर हल चलाना। और संसद तो बाहर रखने की प्रोसैस दे विच आ और स्वराज अपने ले लेना चाहते हो। तो कांग्रेस जी पूरी की पूरी टीम आ जो पूरे का पूरा उहदे दी लीडर सी वो SC ST OBC लोगों के विरोध दे विच भी अंग्रेज इन्हां लोगों को हक अधिकार ना देन ਉਹਦੇ ਵਿਰੋਧ ਦੇ ਵਿੱਚ 19 ਸਾਰਾ ਸੰਘਰਸ਼ ਕੀਤਾ ਔਰ ਆਪਣੇ ਲੋਕਾਂ ਲਈ ਮਾਰਾ ਪੂਰੇ ਦਾ ਪੂਰਾ ਅਧਿਕਾਰ ਜਿਹੜੇ ਲੈਣ ਦੀ ਕੋਸ਼ਿਸ਼ ਕੀਤੀ। 1930 ਦੇ ਵਿੱਚ ਲਾਹੌਰ ਕਾਂਗਰਸ ਦੀ ਕਾਨਫਰੰਸ ਹੁੰਦੀ ਆ। ਉਸ ਕਾਨਫਰੰਸ ਦੇ ਵਿੱਚ ਆਜ਼ਾਦੀ ਦਾ ਪ੍ਰਸਤਾਵ ਪਾਸ ਹੁੰਦਾ। 1885 ਸਾਨੂੰ ਕੀ ਪੜ੍ਹਾਇਆ ਜਾਂਦਾ ਸਿਲੇਬਸ ਦੇ ਵਿੱਚ। 1885 ਦੇ ਵਿੱਚ ਕਾਂਗਰਸ ਦੀ ਸਥਾਪਨਾ ਇਸ ਭਾਰਤ ਦੇ ਵਿੱਚ ਆਜ਼ਾਦੀ ਦੇ ਅੰਦੋਲਨ ਲਈ ਸਥਾਪਨਾ ਕੀਤੀ ਗਈ। 1885 ਦੇ ਵਿੱਚ ਅੰਦੋਲਨ ਦੀ ਸਥਾਪਨਾ ਹੁੰਦੀ ਆ। और स्वराज वो दसदा स्वराज की है 1930 ਦੇ ਵਿੱਚ ਜਿਹੜੀ 1930 ਦੇ ਵਿੱਚ ਉਹ ਆਜ਼ਾਦੀ ਦੇ ਪ੍ਰਸਤਾਵ ਪਾਸ ਕਰਦਾ। 45 ਸਾਲ ਬਾਅਦ ਕਾਂਗਰਸ ਦੀ ਸਥਾਪਨਾ ਤੋਂ ਬਾਅਦ 45 ਸਾਲ ਬਾਅਦ ਉਹ ਆਜ਼ਾਦੀ ਦਾ ਪ੍ਰਸਤਾਵ ਪਾਸ ਕਰਦਾ। 45 ਸਾਲ ਉਹ ਕੀ ਕਰਦੇ ਰਹੇ। 45 ਸਾਲ ਉਹ ਅੰਗਰੇਜ਼ਾਂ ਦੇ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦੇ ਰਹੇ ਵੀ SC ST ਲੋਕ ਜਿਨ੍ਹਾਂ ਲੋਕਾਂ ਨੂੰ ਅਸੀਂ 5000 ਸਾਲ ਤੋਂ ਗੁਲਾਮ ਬਣਾ ਕੇ ਰੱਖਿਆ ਇਹਨਾਂ ਲੋਕਾਂ ਨੂੰ ਇਸ ਦੇਸ਼ ਦੇ ਵਿੱਚ ਅਧਿਕਾਰ ਨਹੀਂ ਮਿਲਣੇ ਚਾਹੀਦੇ। 1857 ਦੀ ਲੜਾਈ 1857 ਦਾ ਪਹਿਲਾ ਆਜ਼ਾਦੀ ਦਾ ਅੰਦੋਲਨ ਜਿਹਨੂੰ ਕਿਹਾ ਜਾਂਦਾ ਉਹ ਅੰਦੋਲਨ ਪੇਸ਼ਵਾ ਅੰਦੋਲਨ ਸੀ। 1954 ਦੇ ਵਿੱਚ 4 ਵਿਸ਼ਵ ਵਿਦਿਆਲੇ ਅੰਗਰੇਜ਼ਾਂ ਨੇ ਖੋਲ੍ਹੇ। 1954 ਦੇ ਵਿੱਚ ਕਲਕੱਤਾ ਮਦਰਾਸ ਔਰ ਬੰਬੇ ਦੇ ਵਿੱਚ 4 ਵਿਸ਼ਵ ਵਿਦਿਆਲੇ ਖੋਲ੍ਹੇ ਔਰ SC ST ਲੋਕਾਂ ਨੂੰ ਕਿਹਾ ਵਿਸ਼ਵ ਵਿਦਿਆਲੇ ਦੇ ਵਿੱਚ ਤੁਸੀਂ ਅਧਿਕਾਰ ਤੁਸੀਂ ਐਜੂਕੇਸ਼ਨ ਲੈਣ ਦਾ ਤੁਹਾਨੂੰ ਅਧਿਕਾਰ ਹੈ
ਤੁਸੀਂ ਪੜ੍ਹ ਸਕਦੇ ਆ। ਉਹ ਪਰ 1957 ਦੇ ਵਿੱਚ ਉਹਨਾਂ ਨੇ ਦੇਖਿਆ ਵੀ ਜਿਨ੍ਹਾਂ ਲੋਕਾਂ ਨੂੰ ਅਸੀਂ ਇੱਕ ਅਕਸ਼ਰ ਦਾ ਗਿਆਨ ਨਹੀਂ ਦੇਣਾ ਚਾਹੁੰਦੇ, ਉਹਨਾਂ ਲੋਕਾਂ ਨੇ ਅੰਗਰੇਜ਼ਾਂ ਨੇ ਵਿਸ਼ਵ ਵਿਦਿਆਲੇ ਖੋਲ੍ਹ ਦਿੱਤੇ। ਅਗਰ ਇਹ ਲੋਕ ਜਾਗਰਤ ਹੋਣਗੇ, ਇਹ ਆਪਣੇ ਜਾਗਰਤ ਹੋ ਆਪਣੇ ਹੱਕ ਔਰ ਅਧਿਕਾਰ ਦੀ ਗੱਲ ਕਰਨਗੇ ਔਰ ਇਹ ਗੁਲਾਮੀ ਦੇ ਖਿਲਾਫ ਗੱਲ ਕਰਨਗੇ। ਤੁਹਾਨੂੰ ਹੱਕ ਔਰ ਅਧਿਕਾਰ ਦੇਣਾ ਨਹੀਂ ਚਾਹੁੰਦਾ, ਤੁਸੀਂ ਇਹ ਹੱਕ ਔਰ ਅਧਿਕਾਰ ਲੈਣਾ ਚਾਹੁੰਦੇ ਹੋ। ਤੁਹਾਨੂੰ ਹੱਕ ਅਧਿਕਾਰ ਤੋਂ ਵਾਂਝੇ ਰੱਖਣ ਲਈ ਉਹਨੇ ਇਸ ਦੇਸ਼ ਦੇ ਵਿੱਚ LPG ਲਾਗੂ ਕੀਤੀ ਆ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਮਤਲਬ ਨਿੱਜੀਕਰਨ, ਆਧਾਰੀਕਰਨ, ਭੂ ਮੰਡਲੀਕਰਨ। ਉਹ ਜਿਹੜਾ ਮਾਡਰਨ ਮਨੁਸਮ੍ਰਿਤੀ ਆ, ਜਿਸ ਰਿਜ਼ਰਵੇਸ਼ਨ ਦੇ ਜੋ ਬਲ 'ਤੇ ਅੱਜ ਅਸੀਂ ਦੁਸ਼ਮਣ ਨੂੰ ਚੈਲੰਜ ਕਰਨ ਦੀ ਤਾਕਤ ਰੱਖਦੇ ਹਾਂ, ਉਸ ਐਜੂਕੇਸ਼ਨ ਨੂੰ, ਉਸ ਰਿਜ਼ਰਵੇਸ਼ਨ ਨੂੰ ਖਤਮ ਕਰਨ ਲਈ ਉਹਨੇ ਮਾਡਰਨ ਮਨੁਸਮ੍ਰਿਤੀ LPG ਲਿਆਂਦੀ ਆ। LPG ਜਿਹੜੀ ਆ ਤੁਹਾਡੇ ਸਰਕਾਰੀ ਅਦਾਰਿਆਂ ਨੂੰ ਨਿੱਜੀਕਰਨ ਦੇ ਵਿੱਚ ਕਨਵਰਟ ਕਰਨ ਦੀ ਪ੍ਰੋਸੈਸ ਆ। ਉਹਦੇ ਕਰਕੇ ਅੱਜ ਸਾਡੇ ਚਿਹਰਿਆਂ 'ਤੇ ਨੂਰ ਆਇਆ, ਉਹਦੇ ਕਰਕੇ ਹੀ ਸਾਨੂੰ ਬੋਲਣ ਦੀ ਆਜ਼ਾਦੀ ਮਿਲੀ ਆ, ਉਹਦੇ ਕਰਕੇ ਹੀ ਐਜੂਕੇਸ਼ਨ ਮਿਲਣ ਕਰਕੇ, ਨੌਕਰੀਆਂ ਕਰਕੇ ਅੱਜ ਅਸੀਂ ਬਾਬਾ ਸਾਹਿਬ ਦੇ ਸਮਾਗਮ ਉਹ ਬਾਬਾ ਸਾਹਿਬ ਦੀ ਗੱਲ ਕਰਨ ਜੋਗੇ ਹੋਏ ਹਾਂ। ਪਰ ਦੁਸ਼ਮਣ ਚਾਹੁੰਦਾ ਵੀ ਇਹਨਾਂ ਲੋਕਾਂ ਦੀ ਐਜੂਕੇਸ਼ਨ ਖੋਹ ਲਈ ਜਾਵੇ। ਔਰ ਜਿਹੜੇ ਲੋਕ ਐਜੂਕੇਸ਼ਨ ਲੈਣ ਦੇ ਕੈਪੇਬਲ ਆ, ਉਹਨਾਂ ਦੇ ਨਾਲ ਇਕਨੋਮਿਕ ਫੈਕਟਰ ਅਟੈਚ ਕਰ ਦਿੱਤਾ। ਤੁਹਾਡੀ ਰਿਜ਼ਰਵੇਸ਼ਨ ਕਾਇਮ ਆ, ਤੁਹਾਨੂੰ ਡਾਕਟਰੀ ਦੀ ਸੀਟ ਹੈ, ਨਾਲ 8 ਲੱਖ ਰੁਪਈਆ ਲੱਗੂਗਾ। ਸਾਡੇ ਲੋਕ ਜਿਹੜੇ ਲੇਬਰ ਕਲਾਸ ਲੋਕ ਆ, ਉਹ 8 ਲੱਖ ਰੁਪਏ ਦੇਣ ਦੇ ਸਮਰੱਥ ਨਹੀਂ ਹੁੰਦੇ। तो ਜਿਹੜੀ ਸਾਡੀਆਂ ਸੀਟਾਂ ਡਾਕਟਰੀ ਦੀਆਂ ਉਹ ਬ੍ਰਾਹਮਣਵਾਦੀ ਲੋਕ ਹਜਮ ਕਰ ਜਾਂਦੇ ਆ। ਔਰ ਇੱਥੋਂ ਤੱਕ ਕਰਦੇ ਆ SC ST ਸਰਟੀਫਿਕੇਟ ਬਣਾ ਕੇ SC ਦੇ ਜਿਹੜਾ ਰਿਜ਼ਰਵ ਕੋਟਾ ਖਾ ਜਾਂਦੇ ਆ। ਹੁਣੇ ਇਹ ਮੰਨ ਲਓ ਸੈਂਟਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਚੀਜ਼ ਆਈ ਹੈ ਵੀ SC ST ਸਰਟੀਫਿਕੇਟ ਬਣਾ ਕੇ ਇਹਨਾਂ ਲੋਕਾਂ ਨੇ SC ST OBC ਲੋਕਾਂ ਦੀਆਂ ਜਿਹੜੇ ਰਿਜ਼ਰਵ ਸੀਟਾਂ ਸੀ ਉਹਨਾਂ ਨੂੰ ਹੜੱਪਿਆ। ਤੋ ਸਾਥੀਓ ਇਹ ਯੋਧਾ ਰਾਸ਼ਟਰਪਿਤਾ ਜੋਤੀ ਰਾਏ ਫੂਲੇ ਦੇ ਜਿਹੜਾ ਸੰਘਰਸ਼ ਵਿੱਢਿਆ ਉਹ ਕਹਿੰਦੇ ਵੀ ਸੰਘਰਸ਼ ਜਿਹੜਾ ਸ਼ੂਦਰ ਅਤੀ ਸ਼ੂਦਰ ਬਨਾਮ ਸੇਠ ਜੀ ਭੱਟ ਜੀ ਸੰਘਰਸ਼ ਹੈ। ਸ਼ੂਦਰ ਛਾਤੀ ਸ਼ੂਦਰ ਬਨਾਮ ब्राह्मण बानिया संघर्ष है। तो वो संघर्ष ਨੂੰ चालू रखना होगा। दुश्मन तैनू कुछ नहीं देन लगा जो तक तुसी अपने लोगों को अंदोलन लामबंद नहीं करते, अंदोलन लिए प्रेरित नहीं करते, तैनू कुछ भी मिलन लगता नहीं मिलन वाला। कुछ लोगों को भुलेखा भी असीं वोट पाउण दे नाल इस देश दे विच मतलब अपनी सत्ता ले आवांगे। साथियों बहुत बड़ा भुलेखा। वोट 5 साल बाद पैंदी आ, तैनू 5 साल काम करना पऊगा, दिन रात करना पऊगा। और जिथे जिथे भी आज़ादी मिली आ वो वोट के नाल नहीं मिली, अंदोलन के नाल मिली आ। 2 सितंबर 1946 नूं जवाहरलाल नेहरू इस देश का प्राइम मिनिस्टर बन गया कि वो वोट के सिर ते बनया। उन्होंने अंदोलन किया, अंग्रेज़ों ने गद्दी खाली की, जवाहरलाल नेहरू नूं आज़ादी तो पहले इस देश का प्राइम मिनिस्टर घोषित किया। और अगर तुसीं इस देश दे विच मतलब कुछ करना चाहुंदे आ तो वोटां दे टेक मत रखो। अंदोलन एक हल है जिहड़ा तुहानूं इस देश की सत्ता ते पहुँचा सकदा। तो सत्ता जिहड़ा 5 साल बाद रिजल्ट आउंदा वो तुसीं 5 साल की काम किया वह रिजल्ट तुहानूं दिखाई दिंदा। 5 साल तक असीं कुछ नहीं करते, असीं सुत्ते रहिंदे अपने घरां लोकां दे विच जाके बाबा साहब दे मिशन का प्रचार प्रसार नहीं करते, असीं अपने अंदोलन नूं मजबूत नहीं करते। तो इस करके 5 साल बाद रिजल्ट जिहड़ा साडी हार दे विच कन्वर्ट हुंदा। और हार जिहड़ी आ 5 साल अपनी किस्मत का फैसला असीं अपने विरोधियों के हत्थ दे दिंदे आ। तो 5 साल एक प्रोसैस है, वो प्रेस नूं जारी रखो। वोट डेमोक्रेटिक प्रोसैस है, पर नाल तुहानूं अंदोलन का रास्ता अपनाना पऊगा। जो तक तुसीं अपने अंदोलन नूं कामयाब नहीं करते, अंदोलन नूं जन अंदोलन दे विच नहीं कन्वर्ट दे, तुसीं कभी भी कामयाब नहीं हो सकते। तो मैं अपनी आस उस भरोसे दे नाल भी तुसीं मान लो महापुरखों के चलाए हुए रास्ते ते चलोगे और जिहड़े लोग जन अंदोलन चला रहे हैं उन्हां लोगों का साथ सहयोग देवोगे। वो अपनी श्रम पैसा बुद्धि श्रम हुनर और सह चीज़ां जिहड़ियां अंदोलन दे विच लाओगे। इस आस उस भरोसे दे नाल मैं अपनी गल समाप्त करदा हां। जय भीम जय अजी जाब जी नूं ਉਹ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਸਾਡੇ ਵਿਚਕਾਰ ਕਾਂਚੀ ਟੀਵੀ ਤੋਂ ਰਜਿੰਦਰ ਕਲੇਰ ਜੀ ਪਹੁੰਚੇ ਨੇ। देश दी झूठ मैं बोलदी नहीं, साडे लई तां रब समान सी तू। सौ देश दी झूठ मैं बोलदी नहीं, साडे लई तां रब समान सी तू।
बदले कौम दे कल्ला ही रिहा लड़दा ओए गूंगी कौम दी आप जवान सी तू छिड़ी कंबनी मनु नु कबर अंदर ओ लिखिया है ददा जदों संविधान सी तू नारा हक दा लौंदे आ बब्बर छेरा ओए गूंगी कौम दी आप जवान सी तू धन भीम जी सेरा मत्थे सी तेरे सेरा धन भीम जी सेरा मत्थे सी तेरे सेरा धन भीम जी सेरा मत्थे सी तेरे सेरा दलित कौम दे सिर तो जिसने दलित कौम दे सिर तो जिसने कीता दूर हनेरा धन भीम जी सेरा मत्थे सी तेरे सेरा धन भीम जी सेरा मत्थे सी तेरे सेरा। धन भीम जी सेरा मत्थे सी तेरे सेरा धन भीम जी सेरा मत्थे सी तेरे सेरा दलित कौम दे सिर तो जिसने दलित कौम दे सिर तो जिसने कीता दूर हनेरा धन भीम जी सेरा मत्थे सी तेरे सेरा धन भीम जी सेरा मत्थे सी तेरे सेरा। ਜਦੋਂ ਸੀ ਬੰਦਾ ਬੰਦੇ ਤਾਈਂ ਦੂਰ ਕਰਦਾ ਜਦੋਂ ਸੀ ਬੰਦਾ ਬੰਦੇ ਤਾਈਂ ਦੂਰ ਕਰਦਾ ਉੱਠਿਆ ਸੀ ਜਜ਼ਬਾ ਦਿਲ ਵਿੱਚ ਕੌਮ ਦੇ ਪਿਆਰ ਦਾ ਜਦੋਂ ਸੀ ਬੰਦਾ ਬੰਦੇ ਤਾਈਂ ਦੂਰ ਕਰਦਾ ਉੱਠਿਆ ਸੀ ਜਜ਼ਬਾ ਦਿਲ ਵਿੱਚ ਕੌਮ ਦੇ ਪਿਆਰ ਦਾ ਪੜ੍ਹ ਲਿਖ ਕਰ ਸੰਘਰਸ਼ ਹੱਕਾਂ ਲਈ ਪੜ੍ਹ ਲਿਖ ਕਰ ਸੰਘਰਸ਼ ਹੱਕਾਂ ਲਈ ਝਾੜੇਗਾ ਨਵਾਂ ਸਵੇਰਾ ਧਨ ਭੀਮ ਜੀ ਸੇਰਾ ਮੱਥੇ ਸੀ ਤੇਰੇ ਸੇਰਾ ਧਨ ਭੀਮ ਜੀ ਸੇਰਾ ਮੱਥੇ ਸੀ ਤੇਰੇ ਸੇਰਾ। ਜਿਸ ਦੇ ਦਿਲ ਵਿੱਚ ਗੈਰਤ ਹੈ ਨਹੀਂ ਜਿਸ ਦੇ ਦਿਲ ਵਿੱਚ ਗੈਰਤ ਹੈ ਨਹੀਂ ਸਕਦਾ ਉਹ ਬੰਦਾ ਕਦੇ ਦੁਖੜੇ ਵੀ ਸਹਿ ਨਹੀਂ ਸਕਦਾ ਉਹ ਬੰਦਾ ਕਦੇ ਦੁਖੜੇ ਵੀ ਸਹਿ ਨਹੀਂ ਦੇਖਿਆ ਤੇਰਾ ਸੀ ਜੋਧਿਆ ਦੇਖਿਆ ਤੇਰਾ ਸੀ ਜੋਧਿਆ ਪੱਥਰ ਵਰਗਾ ਗੇਰਾ ਧਨ ਭੀਮ ਜੀ ਸੇਰਾ ਮੱਥੇ ਸੀ ਤੇਰੇ ਸੇਰਾ ਧਨ ਭੀਮ ਜੀ ਸੇਰਾ ਮੱਥੇ ਸੀ ਤੇਰੇ
ਸਜੇ ਹੋਏ ਬਾਕੀ ਭੈਣੋ ਤੇ ਭਰਾਵੋ, ਬਹੁਤ ਖੁਸ਼ੀ ਭਰਿਆ ਸਮਾਂ ਹੈ ਕਿ 14 ਅਪ੍ਰੈਲ ਤੋਂ ਬਾਅਦ ਲਗਾਤਾਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਰੋਜ਼ 4-4 5-5 ਸਮਾਗਮ ਜਿਹੜੇ ਹਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਯਾਦ ਦੇ ਵਿੱਚ ਕੀਤੇ ਜਾ ਰਹੇ ਹਨ। ਇਹ ਸਬੂਤ ਹੈ ਇਸ ਗੱਲ ਦਾ ਕਿ ਸਮਾਜ ਨੇ ਭਾਵੇਂ ਥੋੜੇ ਲੰਮੇ ਅਰਸੇ ਬਾਅਦ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ, ਉਹਨਾਂ ਦੇ ਫਲਸਫੇ ਦੀ ਸਹੀ ਪਛਾਣ ਕੀਤੀ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਇੱਕ ਅਜਿਹੇ ਵਿਸ਼ਵ ਪੱਧਰ ਦੇ ਮਹਾਪੁਰਸ਼ ਹੋਏ ਹਨ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ, ਕੋਈ ਸਾਨੀ ਨਹੀਂ ਹੈ। ਸਿਰਫ ਭਾਰਤ ਦੇ ਵਿੱਚ ਨਹੀਂ, ਸਗੋਂ ਜਦੋਂ ਆਪਾਂ ਅੰਤਰਰਾਸ਼ਟਰੀ ਪੱਧਰ ਤੇ ਵੀ ਦੇਖਦੇ ਹਾਂ ਤੇ ਉਹ ਪਲੇਟੋ ਤੇ ਅਰਸਤੂ ਦੇ ਮੁਕਾਬਲੇ ਦੇ ਵਿਚਾਰਵਾਨ ਹਨ, ਫਿਲਾਸਫਰ ਹਨ। ਯਾਨੀ ਉਹ ਮਹਾਨ ਫਿਲਾਸਫਰ ਜਿਨ੍ਹਾਂ ਨੇ ਵਿਸ਼ਵ ਨੂੰ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਕਨਸੈਪਟ ਦਿੱਤਾ, ਉਹਨਾਂ ਦੇ ਮੁਕਾਬਲੇ ਦੇ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਹੋਏ ਹਨ ਜਿਨ੍ਹਾਂ ਨੇ ਸੰਸਦੀ ਲੋਕਤੰਤਰ, ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਉੱਪਰ ਸਭ ਤੋਂ ਵੱਧ ਜ਼ੋਰ ਦਿੱਤਾ ਤੇ ਸਾਰੇ ਲੋਕਾਂ ਨੂੰ ਸਮਾਨ ਅਧਿਕਾਰ ਹੋਣ ਉਹਨਾਂ ਨੂੰ ਆਪਣੀ ਗੱਲ ਕਰਨ ਦਾ ਪੂਰਾ ਮੌਕਾ ਮਿਲੇ, ਲਿਖਣ ਦਾ ਮੌਕਾ ਹੋਵੇ, ਜ਼ਿੰਦਗੀ ਦੇ ਵਿੱਚ ਵਿਕਾਸ ਦੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਾਪਤ ਹੋਣ, ਬਰਾਬਰ ਦੇ ਅਵਸਰ ਮਿਲਣ। ਉਹਨਾਂ ਦਾ ਸਾਰਾ ਜੀਵਨ ਉਹਨਾਂ ਸਿਰਫ ਭਾਰਤ ਦੇ ਕਰੋੜਾਂ ਦੱਬੇ ਕੁਚਲੇ ਪੀੜਤ ਲੋਕਾਂ ਲਈ ਸਮਰਪਿਤ ਨਹੀਂ ਸੀ, ਸਗੋਂ ਵਿਸ਼ਵ ਪੱਧਰ ਤੇ ਜਿਹੜੇ ਪੀੜਤ ਲੋਕ ਸਨ, ਮਜ਼ਦੂਰ ਜਿਹੜੇ ਸਨ, ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਹੀ ਬਿਹਤਰੀਨ ਹਿੱਸਾ, ਲਗਭਗ ਪੂਰਾ ਸਮਾਂ ਉਹਨਾਂ ਨੇ ਸੰਘਰਸ਼ ਕੀਤਾ। ਬਚਪਨ ਤੋਂ ਲੈ ਕੇ, ਚਾਹੇ ਉਹ ਸਕੂਲ 'ਚ ਗਏ, ਕਾਲਜ ਵਿੱਚ ਗਏ, ਉਸ ਤੋਂ ਬਾਅਦ ਵਾਪਸ ਆ ਕੇ ਚਾਹੇ ਉਹਨਾਂ ਨੇ ਮਿਲਟਰੀ ਸੈਕਟਰੀ ਦੇ ਤੌਰ 'ਤੇ ਮਹਾਰਾਜਾ ਬੜੌਦਾ ਦੀ ਰਿਆਸਤ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਸੰਘਰਸ਼ ਲਗਾਤਾਰ ਉਹਨਾਂ ਨੇ ਕੀਤਾ ਹੈ। ਚਾਹੇ ਮੋਰਚੇ ਲਾਏ, ਉਹਨਾਂ ਨੇ ਤਲਾਬ ਦਾ ਮੋਰਚਾ ਲਾਇਆ, ਮੰਦਰ ਪ੍ਰਵੇਸ਼ ਦਾ ਮੋਰਚਾ ਲਾਇਆ ਤੇ ਉਸ ਤੋਂ ਬਾਅਦ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ, ਦੇਸ਼ ਦੀ ਆਜ਼ਾਦੀ ਦੇ ਲਈ ਸੰਗਰਾਮ ਦੇ ਵਿੱਚ ਪੂਰਾ ਰੋਲ ਉਹਨਾਂ ਨੇ ਅਦਾ ਕੀਤਾ। 1930, 31, 32 ਜਿਹੜੇ ਰਾਊਂਡ ਟੇਬਲ ਦੀਆਂ ਕਾਨਫਰੰਸਿਸ ਹੋਈਆਂ ਲੰਡਨ ਦੇ ਵਿਖੇ, ਉੱਥੇ। ਉਸ ਤੋਂ ਬਾਅਦ ਅੱਜ ਮੈਂ ਮਹਿਸੂਸ ਕਰਦਾ ਕਿ ਜੋ ਕੁਝ ਵੀ ਆਪਾਂ ਨੂੰ ਪ੍ਰਾਪਤ ਹੋਇਆ, ਨਹੀਂ ਤਾਂ ਤੁਸੀਂ ਦੇਖ ਲਓ ਮੇਰੀ ਉਮਰ ਦੇ ਜਾਂ ਮੇਰੇ ਤੋਂ ਵੀ ਵੱਡੇ ਜਿਹੜੇ ਬਜ਼ੁਰਗ ਜਿਹੜੇ ਹਨ, ਉਹ ਇਸ ਗੱਲ ਦੇ ਗਵਾਹ ਹਨ ਕਿ ਸਾਡੇ ਤਾਂ ਸਮਾਜ ਦੇ ਵਿੱਚੋਂ ਕੋਈ ਚਪੜਾਸੀ ਦੀ ਨੌਕਰੀ ਵੀ ਸਾਨੂੰ ਦੇਣ ਲਈ ਤਿਆਰ ਨਹੀਂ ਸੀਗਾ ਤੇ ਅੱਜ ਛੋਟੇ ਤੋਂ ਲੈ ਕੇ ਵੱਡੇ ਤੱਕ, ਰਾਸ਼ਟਰਪਤੀ ਤੱਕ, ਦੇਸ਼ ਦੀ ਜਿਹੜੀ ਨਿਆਂ ਵਿਵਸਥਾ ਹੈ ਉਸ ਦੇ ਵਿੱਚ, ਸੁਪਰੀਮ ਕੋਰਟ ਦੇ ਚੀਫ ਜਸਟਿਸ ਤੱਕ, ਭਾਰਤ ਦੇ ਵਿੱਚ ਜਿਹੜੀ ਔਰਤ ਦੀ ਦੁਰਦਸ਼ਾ ਹੋਈ, ਚਾਹੇ ਉਹ ਕੋਈ ਵੀ ਸਮਾਂ ਸੀ, ਰਾਮਾਇਣ ਦਾ ਸਮਾਂ ਲੈ ਲਓ, ਸੀਤਾ ਨੂੰ ਬਨਵਾਸ ਮਿਲਿਆ, ਉਸ ਦੀ ਪ੍ਰੀਖਿਆ ਲੈਣ ਦੇ ਬਾਵਜੂਦ ਵੀ, ਮਹਾਭਾਰਤ ਦਾ ਸਮਾਂ ਲੈ ਲਓ, ਦ੍ਰੋਪਦੀ ਦਾ ਚੀਰ ਹਰਣ ਹੋਇਆ ਅਤੇ ਉਸ ਉਪਰੰਤ ਚਾਹੇ ਗੀਤਾ ਦਾ ਦੇਖ ਲਓ, ਸ਼੍ਰੀਮਦ ਭਗਵਤ ਗੀਤਾ ਦੇ ਵਿੱਚ ਔਰਤ, ਸ਼ੂਦਰ ਤੇ ਜਿਹੜੇ ਤੀਸਰੇ ਦਰਜੇ ਦੇ ਵੈਸ਼ ਹਨ, ਉਹਨਾਂ ਨੂੰ ਪਾਪ ਯੋਨੀ ਚੋਂ ਪੈਦਾ ਹੋਇਆ ਕਿਹਾ ਗਿਆ। ਯਾਨੀ ਜਿਹੜੇ ਲੋਕ ਆਪ ਔਰਤ ਦੇ ਰਾਹੀਂ ਪੈਦਾ ਹੋਏ, ਔਰਤ ਮਾਂ ਹੈ, ਜਨਨੀ ਹੈ ਸਾਰੇ ਸੰਸਾਰ ਦੀ, ਉਹਨਾਂ ਨੇ ਵੀ ਔਰਤ ਬਾਰੇ ਜਿਸ ਤਰ੍ਹਾਂ ਦੇ ਉਹਨਾਂ ਦੇ ਵਿਚਾਰ ਸੀ, ਉਹ ਸੁਣ ਕੇ, ਪੜ੍ਹ ਕੇ ਅੱਜ ਵੀ ਸਾਡਾ ਜਿਹੜਾ ਮਿਥਿਹਾਸ ਹੈ, ਮੈਂ ਇਸ ਨੂੰ ਮਿਥਿਹਾਸ ਕਹਿੰਦਾ, ਇਤਿਹਾਸ ਨਹੀਂ ਹੈ, ਉਸ ਦੇ ਵਿੱਚ ਕਿੰਨਾ ਬੁਰੇ ਤੋਂ ਬੁਰਾ ਲਫ਼ਜ਼ ਜਿਹੜੇ ਸਨ ਔਰਤ ਨੂੰ ਜ਼ਲੀਲ ਕਰਨ ਦੇ ਲਈ ਇਸਤੇਮਾਲ ਕੀਤੇ ਗਏ। ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ, ਉਹਨਾਂ ਦੀਆਂ ਕੋਸ਼ਿਸ਼ਾਂ, ਉਹਨਾਂ ਦੀ ਮਿਹਨਤ, ਉਹਨਾਂ ਦੇ ਸੰਘਰਸ਼ ਸਦਕਾ ਔਰਤ ਦੇਸ਼ ਦੀ ਪ੍ਰਧਾਨ ਮੰਤਰੀ ਬਣੀ, ਔਰਤ ਦੇਸ਼ ਦੀ ਰਾਸ਼ਟਰਪਤੀ ਬਣੀ, ਔਰਤ ਨੂੰ ਜ਼ਿੰਦਗੀ ਦੇ ਸਾਰੀਆਂ ਸੁੱਖ ਸਹੂਲਤਾਂ ਹਰ ਖੇਤਰ ਦੇ ਵਿੱਚ ਉਸ ਨੂੰ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਚਾਹੇ ਵੋਟ ਦੇ ਹੱਕ ਦੀ ਗੱਲ ਲੈ ਲਓ,
ਸ਼ੂਦਰਾਂ ਲਈ ਤਾਂ ਉਹਨਾਂ ਨੇ ਕਰਨਾ ਹੀ ਕਰਨਾ ਸੀ, ਪਰ ਸਮਾਜ ਦੇ ਹਰ ਵਰਗ ਦਾ ਧਿਆਨ ਜਿਹੜਾ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ ਬਣਾਉਣ ਵੇਲੇ ਉਹਨਾਂ ਨੇ ਹਰ ਚੀਜ਼ ਦਾ ਧਿਆਨ ਰੱਖਿਆ। ਇਹ ਜਿਹੜੀਆਂ ਅੱਜ ਸਿੰਚਾਈ ਦੀਆਂ ਸਹੂਲਤਾਂ ਜਾਂ ਬਾਬਾ ਸਾਹਿਬ ਤਾਂ ਇਸ ਤੋਂ ਵੀ ਅੱਗੇ ਜਾਂਦੇ ਸਨ, ਉਹ ਚਾਹੁੰਦੇ ਸਨ ਕਿ ਜ਼ਮੀਨ ਦਾ ਕੌਮੀਕਰਨ ਹੋਵੇ, ਜ਼ਮੀਨ ਨੈਸ਼ਨਲਾਈਜ਼ ਹੋਵੇ, ਜਿਸ ਤਰ੍ਹਾਂ ਚਾਈਨਾ ਦੇ ਵਿੱਚ ਹੈ। ਚਾਈਨਾ 1949 'ਚ ਆਜ਼ਾਦ ਹੋਇਆ, ਪਰ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਉਹ ਥਿਊਰੀ ਜਿਹਨੂੰ ਸਟੇਟ ਸੋਸ਼ਲਿਜ਼ਮ ਰਾਜ ਸਮਾਜਵਾਦ ਕਿਹਾ ਜਾਂਦਾ ਹੈ, ਉਹ ਉਹਨਾਂ ਨੇ ਅਡੋਪਟ ਕੀਤੀ। ਇੰਨਾ ਸਮਾਂ ਨਹੀਂ ਹੈ, ਨਹੀਂ ਤਾਂ ਮੈਂ ਹੋਰ ਖੋਲ੍ਹ ਕੇ ਦੱਸ ਸਕਦਾ ਸੀ। ਰਾਜ ਸਮਾਜਵਾਦ ਦਾ ਮਤਲਬ ਕੀ ਹੈ ਕਿ ਹਰ ਚੀਜ਼ ਦਾ ਕੌਮੀਕਰਨ ਹੋਵੇ, ਸਿੱਖਿਆ ਦਾ ਹੋਵੇ। ਪਰ ਸਾਡੇ ਦੇਸ਼ ਦੇ ਵਿੱਚ ਉਹ ਬਾਬਾ ਸਾਹਿਬ ਦੀ ਇਸ ਥਿਊਰੀ ਨੂੰ ਉਹ ਚਾਹੁੰਦੇ ਸਨ ਸੰਵਿਧਾਨ ਵਿੱਚ ਇਸ ਨੂੰ ਸ਼ਾਮਲ ਕੀਤਾ ਜਾਵੇ, ਪਰ ਉਹਨਾਂ ਦਾ ਵਿਰੋਧ ਵੀ ਬੜਾ ਜ਼ਬਰਦਸਤ ਸੀ। ਮੈਂ ਕਈ ਵਾਰੀ ਸੋਚਦਾ, ਜਿੱਥੇ 99.9% ਲੋਕ ਜਿਹੜੇ ਸਨ ਸੰਵਿਧਾਨਕ ਸਭਾ ਦੇ ਵਿੱਚ ਉਹ ਬਾਬਾ ਸਾਹਿਬ ਦੇ ਦਲਿਤਾਂ ਦੇ ਅਛੂਤਾਂ ਦੇ ਵਿਰੋਧੀ ਸਨ, ਸ਼ੂਦਰਾਂ ਦੇ, ਉੱਥੇ ਬਾਬਾ ਸਾਹਿਬ ਨੇ ਕਿਸ ਤਰ੍ਹਾਂ ਕਿੰਨੇ ਸੰਘਰਸ਼ ਦੁਆਰਾ, ਕਿੰਨੀ ਸੋਚ ਦੁਆਰਾ, ਕਿੰਨੀ ਮਿਹਨਤ ਦੁਆਰਾ ਜੋ ਕੁਛ ਵੀ ਆਪਾਂ ਨੂੰ ਸੰਵਿਧਾਨ ਦੇ ਵਿੱਚ ਪ੍ਰਾਪਤ ਹੋਇਆ, ਉਹ ਕਿੰਨੀ ਸਟਰਗਲ ਕਰਨੀ ਪਈ ਹੋਗੀ। ਉਹਨਾਂ ਦਾ ਪੈਰ ਤੇ ਵਿਰੋਧ ਵੀ ਹੋਇਆ। ਜੇ ਬਾਬਾ ਸਾਹਿਬ ਦੀ ਸਪੋਰਟ ਮਿਲਦੀ ਤੇ ਅੱਜ ਸਾਡੇ ਦੇਸ਼ ਦਾ ਨਕਸ਼ਾ ਹੋਰ ਹੁੰਦਾ। ਅੱਜ ਜੇ ਰਾਸ਼ਟਰੀਕਰਨ ਹੁੰਦਾ, ਕੌਮੀਕਰਨ ਹੁੰਦਾ, ਇਹ ਜ਼ਮੀਨਾਂ, ਇਹ ਜ਼ਿਮੀਂਦਾਰ ਜਿਹੜੇ ਹਨ ਉਹਨਾਂ ਨੂੰ ਖੁਦਕਸ਼ੀਆਂ ਨਾ ਕਰਨੀਆਂ ਪੈਂਦੀਆਂ। ਚਾਈਨਾ ਦੇ ਵਿੱਚ ਉਹਨਾਂ ਨੇ ਰਾਜ ਸਮਾਜਵਾਦ, ਜ਼ਮੀਨ ਸਾਡੀ ਸਰਕਾਰ ਦੀ ਹੈ, ਉਹਦੇ ਬਜ਼ਾਨੇ ਵਿੱਚ ਕੰਮ ਕਰਦੇ ਹਨ। ਲੋਕਾਂ ਨੂੰ ਵੱਖੋ ਵੱਖਰੇ ਆਪਣੀ ਪੜ੍ਹਾਈ ਦੇ ਮੁਤਾਬਕ ਜਾਂ ਉਹਨਾਂ ਦੀ ਜਿਹੜੀ ਟੈਕਨੀਕਲ ਜਿਹੜੀ ਸਮਰੱਥਾ ਹੈ ਉਸ ਦੇ ਮੁਤਾਬਕ ਕੰਮ ਦਿੱਤਾ ਜਾਂਦਾ ਹੈ, ਪਰ ਬਾਕੀ ਸਾਰਾ ਕੁਝ ਜਿਹੜਾ ਸਰਕਾਰ ਦੇ ਸਪੁਰਦ ਹੈ, ਸਰਕਾਰ ਨੇ ਉਹਦੇ ਬਜ਼ਾਨੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਹਨ ਉਹ ਲੋਕਾਂ ਨੂੰ ਦਿੱਤੀਆਂ ਹਨ। ਪਰ ਬਾਬਾ ਸਾਹਿਬ ਵਿੱਦਿਆ ਦਾ, ਐਜੂਕੇਸ਼ਨ ਦਾ ਰਾਸ਼ਟਰੀਕਰਨ ਕਰਨਾ ਚਾਹੁੰਦੇ ਸਨ, ਪਰ ਇਹਨਾਂ ਨੇ ਕੀ ਕੀਤਾ, 1990, 91, 92 ਦੇ ਵਿੱਚ ਇਲੈਕਸ਼ਨਾਂ ਹੋਈਆਂ। ਇਹ ਸਾਡਾ ਜਿਹੜਾ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਉਸ ਦੀ ਅਗਵਾਈ ਥੱਲੇ ਹਰ ਚੀਜ਼ ਨੂੰ ਦਾ ਪ੍ਰਾਈਵੇਟਾਈਜੇਸ਼ਨ ਕਰਤਾ, ਜਿਹਦਾ ਸਿੱਟਾ ਇਹ ਨਿਕਲਿਆ ਕਿ ਅੱਜ ਜਿਹੜੀ ਸਾਡੀ ਐਜੂਕੇਸ਼ਨ ਹੈ ਉਹਦਾ ਪ੍ਰਾਈਵੇਟਾਈਜੇਸ਼ਨ ਹੋ ਗਿਆ। 10 ਤੋਂ ਲੈ ਕੇ 15,000 ਫੀਸਾਂ ਵਾਲੇ ਸਕੂਲ ਜਿਹੜੇ ਹਨ ਉਹ ਜਲੰਧਰ ਦੇ ਵਿੱਚ ਵੀ, ਜਿਹੜੇ ਮਹੀਨੇ ਦੀਆਂ 10 ਤੋਂ 15,000 ਫੀਸ ਜਿਹਨਾਂ ਦੀ ਭਰਨੀ ਪੈਂਦੀ ਹੈ। ਤੇ ਕਿਵੇਂ ਆਪਾਂ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ? ਜਿਹੜੇ ਉਹਨਾਂ ਸਕੂਲਾਂ 'ਚ ਪੜ੍ਹੇ ਹੋਏ ਬੱਚੇ, ਜਿਹੜੇ ਐਜੂਕੇਸ਼ਨ ਦਾ ਸਰਕਾਰੀ ਤੌਰ 'ਤੇ ਬਿਲਕੁਲ ਭੱਠਾ ਬਿਠਾ ਦਿੱਤਾ ਗਿਆ। ਸਰਕਾਰ ਦੀਆਂ ਪਾਲਿਸੀਜ਼ ਇਸ ਤਰ੍ਹਾਂ ਦੀਆਂ ਆਉਂਦੀਆਂ ਰਹੀਆਂ ਜਿਹਦੇ ਸਿੱਟੇ ਵਜੋਂ ਅੱਜ ਸਾਡੇ ਕੋਲੋਂ ਐਜੂਕੇਸ਼ਨ ਜਿਹੜੀ ਹੈ ਪ੍ਰਾਈਵੇਟਾਈਜੇਸ਼ਨ ਕਰਕੇ ਉਹ ਖੋਲ੍ਹੀ ਗਈ ਹੈ। 2.5 3.5 ਲੱਖ, 2.5 ਤੋਂ ਲੈ ਕੇ 3.5 ਲੱਖ ਰੁਪਈਆ ਸਾਲ ਦਾ ਖਰਚਾ ਹੈ ਡਾਕਟਰ ਤੇ ਇੰਜੀਨੀਅਰ ਬਣਾਉਣ ਦਾ। ਕਿਹੜਾ ਮਾਈ ਦਾ ਪੁੱਤ ਜਿਹੜਾ ਉਹ ਮਜ਼ਦੂਰ, ਜਿਹੜਾ ਇੱਟਾਂ ਪੱਥਣ ਵਾਲਾ ਮਜ਼ਦੂਰ, ਭੱਠਿਆਂ ਉੱਪਰ ਕੰਮ ਕਰਨ ਵਾਲਾ ਮਜ਼ਦੂਰ, ਸੜਕਾਂ ਦੇ ਉੱਪਰ ਰੋੜੀ ਕੁੱਟਣ ਵਾਲਾ ਮਜ਼ਦੂਰ, ਲੁੱਕ ਤੇ ਬਜਰੀ ਪਾਉਣ ਵਾਲਾ ਮਜ਼ਦੂਰ, ਇਹ ਜਿਹੜੀਆਂ ਵੱਡੀਆਂ ਬਿਲਡਿੰਗਾਂ ਉਸਾਰਨ ਵਾਲਾ ਮਜ਼ਦੂਰ ਕਿਵੇਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦਾ ਹੈ? ਇਹ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਰਿਕਸ਼ਾ ਪੁੱਲਰ ਮਜ਼ਦੂਰ ਉਹ ਤਾਂ ਬਿਜਲੀ ਦਾ ਬਿੱਲ ਦੇ ਰਹੇ ਹਨ, ਤੇ ਦੂਸਰੇ ਪਾਸੇ ਸਾਡਾ ਪੂੰਜੀਪਤੀ ਨਿਜ਼ਾਮ ਜਿਹੜਾ ਹੈ ਉਹਦੇ ਵਿੱਚ ਵੱਡੀਆਂ ਜ਼ਮੀਨਾਂ ਦੇ ਮਾਲਕ, ਆ ਜਿਹੜਾ ਅੱਜ ਆਪਣੇ ਪੰਜਾਬ ਦਾ ਵਿੱਤ ਮੰਤਰੀ ਹੈ, ਨਵਾਂ ਜਿਹੜਾ ਵਿੱਤ ਮੰਤਰੀ ਬਣਿਆ ਬਾਦਲ, ਛੋਟਾ ਬਾਦਲ, ਉਹ ਜਦੋਂ 3 ਸਾਲ ਵਿੱਤ ਮੰਤਰੀ ਰਿਹਾ ਉਹ, ਤੇ ਉਸ ਇਕੱਲੇ ਬੰਦੇ ਨੇ 19 ਕਰੋੜ ਰੁਪਏ ਦੀ ਜਿਹੜੀ ਬਿਜਲੀ ਦੇ ਵਿੱਚ ਸਬਸਿਡੀ ਲਈ ਸੀ। ਇਕੱਲੇ ਬੰਦੇ ਨੇ 19 ਕਰੋੜ ਦੀ। ਤੇ ਤੁਹਾਡਾ ਤੇ ਆਪਾਂ ਕਿਵੇਂ ਉਹਨਾਂ ਦੇ ਨਾਲ ਮਿਲ ਸਕਦੇ ਹਾਂ? ਇਸ ਕਰਕੇ ਜਿਹੜੀ ਸਾਡੀ ਸਥਿਤੀ ਹੈ ਉਹ ਬਹੁਤੀ ਚੰਗੀ ਨਹੀਂ ਹੈ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਅੱਗੇ ਵੀ ਕਰਕੇ ਗਿਆ, ਪਿਛਲੀ ਵਾਰ ਵੀ ਕਹਿ ਗਿਆ ਸੀਗਾ ਕਿ ਕੁਝ ਗੱਲਾਂ ਆਪਾਂ ਆਪਣੇ ਜੀਵਨ 'ਚ ਸੁਧਾਰ ਲਿਆ ਕੇ ਆਪਾਂ ਆਪਣੀ ਇੰਪਰੂਵਮੈਂਟ ਕਰ ਸਕਦੇ ਹਾਂ, ਵਿਕਾਸ ਕਰ ਸਕਦੇ ਹਾਂ। ਅਸੀਂ ਸਰਕਾਰਾਂ ਵੱਲ ਦੇਖੀਏ, ਅਸੀਂ ਅੰਧ ਵਿਸ਼ਵਾਸ ਨੂੰ ਛੱਡੀਏ, ਪਖੰਡਵਾਦ ਛੱਡੀਏ, ਕਰਮਕਾਂਡ ਛੱਡੀਏ। ਉਹ ਪੈਸਾ ਬਚਾਇਆ ਜਿਹੜਾ ਅਸੀਂ ਬਹੁਤ ਪੈਸਾ ਖਰਾਬ ਕਰਦੇ ਹਾਂ, ਪੈਸਾ ਬਚਾ ਕੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਜਿਹੜੀ ਵਧੀਆ ਤੋਂ ਵਧੀਆ ਐਜੂਕੇਸ਼ਨ ਦਈਏ। ਨਸ਼ਾਬੰਦੀ ਬਾਰੇ ਮੈਂ ਪਿਛਲੀ ਵਾਰ ਵੀ ਕਹਿ ਕੇ ਗਿਆ ਸੀਗਾ। ਮੈਨੂੰ ਨਹੀਂ ਪਤਾ ਤੁਹਾਡੇ ਜੋ 10-15, ਮੈਂ ਕਹਿੰਦਾ 10-15-20 ਬੰਦੇ ਚਲੋ ਛੱਡੋ, ਕਸਮ ਖਾਓ ਅੱਜ ਦੇ ਦਿਨ ਤੇ ਕਿ ਅੱਜ ਤੋਂ ਅਸੀਂ ਸ਼ਰਾਬ ਪੀਣੀ। ਤੁਸੀਂ ਦੇਖੋ, ਤੁਸੀਂ 1,500-2,000 ਰੁਪਈਆ ਮਹੀਨੇ ਦਾ ਬਚਾ ਕੇ ਆਪਣੇ ਬੱਚਿਆਂ ਦੀ ਪੜ੍ਹਾਈ, ਜੇ ਤੁਹਾਡੇ ਬੱਚੇ, ਤੁਹਾਡੇ ਕੋਲ ਪੈਸਾ ਹੈ ਤਾਂ ਕੋਈ ਗੁਆਂਢੀ ਦਾ ਬੱਚਾ, ਕਿਸੇ ਆਪਣੇ ਰਿਸ਼ਤੇਦਾਰ ਦਾ ਬੱਚਾ, ਕਿਸੇ ਹੋਰ ਬੱਚੇ ਦੀ ਮਦਦ ਕਰਕੇ ਤੁਸੀਂ ਉਸ ਨੂੰ ਅੱਗੇ ਲਿਜਾ ਸਕਦੇ ਹੋ, ਸਮਾਜ ਨੂੰ ਅੱਗੇ ਵਧਾਇਆ ਜਾ ਸਕਦਾ। ਇਸੇ ਤਰ੍ਹਾਂ ਅਸੀਂ ਜਿਹੜਾ ਜਗਰਾਤਿਆਂ ਦਾ ਸਾਡੇ ਸਿਸਟਮ ਨਹੀਂ ਸੀ ਹੁੰਦਾ, ਇਹ ਸਾਡਾ ਕਲਚਰ ਨਹੀਂ ਹੈ। ਅਸੀਂ ਜਿਹੜਾ ਕਲਚਰ ਅਡੋਪਟ ਕੀਤਾ, ਇੱਕ ਪਾਸੇ ਅਸੀਂ ਵਿਰੋਧ ਵਿੱਚ ਖੜੇ ਕਰਦੇ ਹਾਂ ਮਨੂਵਾਦ ਨੂੰ, ਤੇ ਸਾਡਾ ਜਿਹੜਾ ਕਲਚਰ ਹੈ, ਸਾਡਾ ਜਿਹੜਾ ਸੱਭਿਆਚਾਰ ਹੈ, ਉਹ ਪੂਰਾ ਮਨੂਵਾਦੀ ਸੱਭਿਆਚਾਰ ਜਿਹੜਾ ਅਸੀਂ ਜ਼ਿੰਦਗੀ 'ਚ ਆਪਣੇ ਅਪਣਾਇਆ ਹੋਇਆ, ਉਸ ਨੂੰ ਤਿਆਗ ਕੇ ਅਸੀਂ ਆਪਣਾ ਬਾਬਾ ਸਾਹਿਬ ਨੇ ਪੈਰਲਲ ਸਾਨੂੰ ਕਲਚਰ ਦਿੱਤਾ ਹੈ।
ਬਾਬਾ ਸਾਹਿਬ ਨੇ ਜਿਹੜਾ ਮਨੂਵਾਦ ਦੇ ਪੈਰਲਲ ਕਲਚਰ ਜਿਹੜਾ ਦਿੱਤਾ ਸੀ, ਅਸੀਂ ਉਸ ਕਲਚਰ ਨੂੰ ਅਪਣਾਈਏ। ਜਿਹੜੀਆਂ ਕਸਮਾਂ ਬਾਬਾ ਸਾਹਿਬ ਨੇ 14 ਅਕਤੂਬਰ 1956 ਨੂੰ ਜਿਸ ਵੇਲੇ ਉਹਨਾਂ ਨੇ ਕਨਵਰਸ਼ਨ ਕੀਤੀ ਬੁੱਧਿਜ਼ਮ ਦੇ ਵਿੱਚ, ਪੜ੍ਹੋ ਉਹ ਜਿਹੜੀਆਂ 22 ਕਸਮਾਂ ਹਨ ਉਹ ਸਾਡਾ ਕਲਚਰ ਬਣਨਾ ਸੀਗਾ, ਪਰ ਅਸੀਂ ਉਸ ਪਾਸੇ ਧਿਆਨ ਨਹੀਂ ਦਿੱਤਾ। ਮੈਂ ਚਾਹਾਂਗਾ ਕਿ ਤੁਸੀਂ ਜਿਹੜੇ ਪੜ੍ਹੋ, ਬਾਬਾ ਸਾਹਿਬ ਨੂੰ ਪੜ੍ਹੋ, ਸੋਚੋ, ਵਿਚਾਰ ਕਰੋ। ਔਰ ਆਉਣ ਵਾਲਾ ਸਮਾਂ ਇੰਨਾ ਸੌਖਾ ਨਹੀਂ ਹੈ ਆਪਣੀ ਸਮਾਜ ਦੇ ਲਈ। ਜੇ ਤੁਸੀਂ ਚੇਤਨ ਨਾ ਹੋਏ, ਜੇ ਤੁਸੀਂ ਆਪਣੀ ਸੋਚ ਨਾ ਬਣਾਈ, ਜੇ ਸਿਰਫ ਨਾਅਰਿਆਂ ਨੂੰ ਛੱਡ ਕੇ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਸਿਰਫ ਇੱਥੋਂ ਤੱਕ ਆਪਣੇ ਨੂੰ ਸੀਮਤ ਰੱਖਿਆ, ਜਾਂ ਜੈ ਭੀਮ ਜੈ ਭਾਰਤ ਕਰਨ ਤੱਕ ਸੀਮਤ ਰੱਖਿਆ, ਬਾਬਾ ਸਾਹਿਬ ਦੇ ਫਲਸਫੇ ਨੂੰ ਆਪਣੇ ਜੀਵਨ ਦੇ ਵਿੱਚ ਅਡਾਪਟ ਨਾ ਕੀਤਾ, ਮੈਂ ਸਮਝਦਾ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਕੋਈ ਜ਼ਿਆਦਾ ਬਿਹਤਰ ਨਹੀਂ ਹੋਏਗਾ। ਇਸੇ ਕਰਕੇ ਅਸੀਂ ਹਮੇਸ਼ਾ ਮੈਂ ਹਮੇਸ਼ਾ ਚੇਤਨ ਕਰਦਾ ਤੁਹਾਡੇ ਇੱਥੇ ਆ ਕੇ। ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਬਹੁਤ ਸਾਰੇ ਬੁਲਾਰੇ ਹਨ, ਬਹੁਤ ਸਾਰੇ ਹੋਰ ਵੀ ਗਾਇਕ ਉਹਨਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕਰਨਾ ਸਵੇਰ ਤੋਂ ਲੱਗਿਆ ਹਨ। ਮੈਂ ਵਧਾਈ ਦਿੰਦਾ ਇਹ ਜਿਹੜੀ ਆਪਣੀ ਸੰਸਥਾ ਹੈ, ਇਹਨਾਂ ਨੇ ਨੌਜਵਾਨਾਂ ਨੇ, ਮੈਂ ਹਮੇਸ਼ਾ ਇਹ ਕਹਿੰਦਾ ਕਿ ਅੱਜ ਨੌਜਵਾਨ ਜਿਹੜੇ ਹਨ ਉਹ ਜਿਸ ਤਰ੍ਹਾਂ ਉਹਨਾਂ ਵਿੱਚ ਚੇਤਨਤਾ ਆ ਰਹੀ ਹੈ, ਨੌਜਵਾਨੋਂ ਬਾਬਾ ਸਾਹਿਬ ਦੇ ਫਲਸਫੇ ਨੂੰ ਆਪਣੇ ਜੀਵਨ 'ਚ ਧਾਰਨ ਕਰੋ। ਜੀਵਨ 'ਚ ਧਾਰਨ ਕਰਕੇ ਤੁਸੀਂ ਸਮਾਜ ਵਿੱਚ ਪਰਿਵਰਤਨ ਲਿਆਉਣਾ ਹੈ। ਜਿੰਨੀ ਦੇਰ ਤੱਕ ਅਸੀਂ ਆਪਣਾ ਜ਼ਿੰਦਗੀ ਆਪਣੇ ਆਪ ਨੂੰ ਰੋਲ ਮਾਡਲ ਨਹੀਂ ਬਣਾਉਂਦੇ, ਪਰਿਵਰਤਨ ਨਹੀਂ ਲਿਆਉਂਦੇ, ਆਪਣੇ ਘਰਾਂ ਦੇ ਵਿੱਚ ਜਨਮ ਮਰਨ ਵਿਆਹ ਸ਼ਾਦੀਆਂ ਦੇ ਉੱਪਰ ਆਪਣਾ ਕਲਚਰ ਅਡਾਪਟ ਨਹੀਂ ਕਰਦੇ, ਉਨੀ ਦੇਰ ਤੱਕ ਮੈਂ ਸਮਝਦਾ ਚਾਹੇ ਬਾਬਾ ਸਾਹਿਬ ਦੇ, ਚਾਹੇ ਗੁਰੂ ਰਵਿਦਾਸ ਮਹਾਰਾਜ ਦੇ, ਚਾਹੇ ਸਤਿਗੁਰੂ ਕਬੀਰ ਜੀ ਦੇ, ਜਿੰਨੇ ਮਰਜ਼ੀ ਆਪਾਂ ਜਨਮ ਦਿਨ ਮਨਾ ਲਈਏ, ਜਿੰਨੀ ਦੇਰ ਤੱਕ ਉਹਨੂੰ ਆਪਣੇ ਜੀਵਨ 'ਚ ਨਹੀਂ ਢਾਲਾਂਗੇ ਉਨੀ ਦੇਰ ਤੱਕ ਸਾਰਥਕਤਾ ਨਹੀਂ ਹੋ ਸਕਦੀ। ਇੰਨੇ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਜਿਹੜੇ ਪ੍ਰਬੰਧਕ ਹਨ, ਨੌਜਵਾਨ ਹਨ, ਰੰਧਾਵਾ ਪਿੰਡ ਦੇ ਜਾਗਰੂਕ ਲੋਕ ਹਨ, ਉਹਨਾਂ ਦਾ ਮੈਂ ਧੰਨਵਾਦ ਕਰਦਾ। ਉਹ ਬੜਾ ਸਹਿਯੋਗ ਦਿੰਦੇ ਹਨ। ਵਿਦੇਸ਼ਾਂ ਵਿੱਚ ਵੀ ਜਿਹੜੇ ਸਾਥੀ ਗਏ ਹੋਏ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਜਿਹੜਾ ਮੇਲਾ ਹੈ, ਤੀਸਰਾ ਸ਼ਾਇਦ ਮੇਲਾ ਹੈ ਇਹ, ਤੇ ਇਸ ਨੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਆਪਣਾ ਨਾਂ ਜਿਹੜਾ ਹੈ ਉਹ ਰੌਸ਼ਨ ਕੀਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਭੀਮ ਜੈ ਭਾਰਤ।